ਹੈਲੋ ਫਰੈਂਡਸ, ਗੁੱਡ ਮੋਰਨਿੰਗ। ਵੈਲਕਮ ਬੈਕ ਟੂ ਮਾਈ UPSC ਐਸਪੀਰੈਂਟ ਚੈਨਲ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ, ਅਸੀਂ ਨੈਬ ਤਹਿਸੀਲਦਾਰ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਅਸੀਂ ਕਰੰਟ ਅਫੇਅਰ ਦੀ ਸੀਰੀਜ਼ ਸਟਾਰਟ ਕੀਤੀ ਹੈ, ਜਿਹਦੇ ਵਿੱਚ ਅਸੀਂ ਬਾਕੀ ਜਨਵਰੀ ਮਹੀਨੇ ਕੰਪਾਈਲੇਸ਼ਨ ਸਾਰੀ ਅਪਲੋਡ ਕਰ ਚੁੱਕੇ ਹਾਂ। ਫੈਬ ਮਹੀਨੇ ਦਾ ਪਾਰਟ 1 ਹੈ, ਇਹ ਲਾਸਟ ਪਾਰਟ ਹੈ ਫੈਬ 2 ਦਾ। ਪਾਰਟ ਨੰਬਰ 2 ਹੈ। ਅਸੀਂ ਐਵੇਂ ਹੀ ਅੱਜ ਸਾਡੀ ਕੰਪਾਈਲੇਸ਼ਨ ਫੈਬਰਰੀ ਮਹੀਨੇ ਦੀ ਸਾਰੀ ਕੰਪਲੀਟ ਹੋ ਜਾਏਗੀ। ਨਾਲ ਦੀ ਨਾਲ ਅਸੀਂ ਅਗਲੀ ਮਾਰਚ ਮਹੀਨੇ ਦੀ ਵੀ ਅਪਲੋਡ ਕਰ ਦੇਵਾਂਗੇ ਵੀਡੀਓਜ਼। ਸੋ ਤੁਸੀਂ ਕੀ ਕਰਨਾ ਹੈ, ਵੀਡੀਓਜ਼ ਨੂੰ ਦੇਖੋ, ਤੁਸੀਂ ਯਾਦ ਕਰੋ। ਜਿੱਦਾਂ ਮੈਂ ਪੜ੍ਹਾ ਰਹੀ ਹਾਂ ਨਾਲ ਦੀ ਨਾਲ ਤੁਹਾਨੂੰ ਹੋਪਸੋ ਯਾਦ ਹੋ ਜਾਏਗਾ। ਅਗਰ ਤਾਂ ਨਹੀਂ ਯਾਦ ਹੁੰਦਾ ਤਾਂ PDF ਮੈਂ ਕਰੰਟ ਅਫੇਅਰ ਦੀਆਂ ਸਾਰੀਆਂ ਟੈਲੀਗ੍ਰਾਮ ਚੈਨਲ 'ਤੇ ਅਪਲੋਡ ਕੀਤੀਆਂ ਨੇ। ਸੋ ਤੁਸੀਂ ਉੱਥੇ ਵਿਜ਼ਿਟ ਜ਼ਰੂਰ ਕਰਨਾ ਅਤੇ ਟੈਲੀਗ੍ਰਾਮ 'ਤੇ ਵੀਡੀਓਜ਼ ਨੂੰ PDFs ਨੂੰ ਡਾਊਨਲੋਡ ਕਰਕੇ ਤੁਸੀਂ ਇਹਨਾਂ ਤੋਂ ਰਿਵੀਜ਼ਨ ਆਪਣੀ ਨਾਲ ਦੀ ਨਾਲ ਕਰੀ ਜਾਓ। ਅੱਜ ਅਸੀਂ ਦੇਖਦੇ ਹਾਂ ਕਿਹੜੀਆਂ ਸਾਡੀਆਂ ਇੰਪੋਰਟੈਂਟ ਨਿਊਜ਼ ਨੇ। ਸਭ ਤੋਂ ਪਹਿਲਾਂ ਇੰਪੋਰਟੈਂਟ ਡੇਜ਼ ਦੀ ਗੱਲ ਕਰਦੇ ਹਾਂ। 15 ਫੈਬਰਰੀ ਦੀ ਗੱਲ ਕਰੇ ਨੇ, ਇਸ ਦਿਨ ਕੀ ਮਨਾਇਆ ਜਾਂਦਾ ਹੈ? ਇੰਟਰਨੈਸ਼ਨਲ ਚਾਈਲਡਹੁੱਡ ਕੈਂਸਰ ਡੇ ਮਨਾਇਆ ਜਾਂਦਾ ਹੈ। 15 ਫਰਵਰੀ ਵਾਲੇ ਦਿਨ ਇੰਟਰਨੈਸ਼ਨਲ ਕੈਂਸਰ ਚਾਈਲਡ ਡੇ ਮਨਾਇਆ ਜਾਂਦਾ ਹੈ। ਚਿਲਡਰਨ ਦੇ ਰਿਗਾਰਡਿੰਗ ਇਹ ਡੇ ਮਨਾਇਆ ਜਾਂਦਾ ਹੈ, ਕੈਂਸਰ ਦੇ ਰਿਗਾਰਡਿੰਗ। ਸੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਅਗਰ ਵਰਲਡ ਲੈਵਲ 'ਤੇ ਕੈਂਸਰ ਡੇ ਦੀ ਗੱਲ ਕਰੀਏ ਤਾਂ ਉਹ ਕਦੋਂ ਮਨਾਇਆ ਜਾਂਦਾ? 4 ਫਰਵਰੀ ਮਨਾਇਆ ਜਾਂਦਾ ਹੈ, ਜਿਹਦੀ ਥੀਮ ਹੈਗੀ ਕਲੋਜ਼ ਦ ਕੇਅਰ ਗੈਪ। ਸੋ ਅਗਲੀ ਨਿਊਜ਼ ਹੈਗੀ ਹੈ 19 ਫੈਬਰਰੀ ਦੀ ਨਿਊਜ਼ ਹੈਗੀ ਹੈ। ਇਸ ਦਿਨ ਕੀ ਅਸੀਂ ਅਬਜ਼ਰਵ ਕਰਦੇ ਹਾਂ? ਦੈਟ ਇਜ਼ ਸੋਇਲ ਹੈਲਥ ਕਾਰਡ ਡੇ। ਸੋਇਲ ਦੀ ਹੈਲਥ ਕਿਵੇਂ ਦੀ ਹੈਗੀ ਹੈ, ਇਹਦੇ ਰਿਗਾਰਡਿੰਗ ਕਾਰਡ ਇਸ਼ੂ ਕੀਤੇ ਜਾਂਦੇ ਨੇ। ਔਰ ਇਹ ਦਿਨ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ? ਇਹ 19 ਫਰਵਰੀ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਗਲਾ ਹੈਗਾ ਵਟ ਇਜ਼ ਦ ਥੀਮ ਆਫ ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ। ਮਦਰ ਲੈਂਗੁਏਜਸ ਡੇ ਦੀ ਥੀਮ ਦੱਸਣੀ ਹੈ ਤੁਸੀਂ। ਥੀਮ ਹੈਗੀ ਯੂਜ਼ਿੰਗ ਟੈਕਨੋਲੋਜੀ ਫॉर ਮਲਟੀਲਿੰਗੁਅਲ ਲਰਨਿੰਗ ਚੈਲੰਜਿਸ ਐਂਡ ਓਪਰਚੁਨਿਟੀ। ਕਹਿੰਦੇ ਅਸੀਂ ਟੈਕਨੋਲੋਜੀ ਨੂੰ ਯੂਜ਼ ਕਰਦੇ ਹਾਂ ਮਲਟੀਲਿੰਗੁਅਲ, ਜਿਹੜੀ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਭਾਸ਼ਾਵਾਂ ਨੂੰ ਅਸੀਂ ਜਾਣਕਾਰੀ ਲੈਣੀ ਹੈ, ਉਹਨਾਂ ਨੂੰ ਸਿੱਖਣਾ ਹੈ, ਉਹਨਾਂ ਦੇ ਵਿੱਚ ਜਿਹੜੇ ਚੈਲੰਜ ਆਉਂਦੇ, ਓਪਰਚੁਨਿਟੀ ਆਉਂਦੀਆਂ ਨੇ, ਸਭ ਨੂੰ ਸਿੱਖਣਾ ਹੈ। ਇਹਦੀ ਥੀਮ ਹੈਗੀ ਆ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੀ। ਸੋ ਤੁਸੀਂ ਯਾਦ ਰੱਖਣੀ ਦੈਟ ਇਜ਼ ਯੂਜ਼ਿੰਗ ਟੈਕਨੋਲੋਜੀ ਫॉर ਮਲਟੀਲਿੰਗੁਅਲ ਲਰਨਿੰਗ ਚੈਲੰਜਿਸ ਐਂਡ ਓਪਰਚੁਨਿਟੀਜ਼। ਅੱਗੇ ਹੈਗਾ ਵਟ ਇਜ਼ ਥੀਮ ਆਫ ਵਰਲਡ ਡੇ ਆਫ ਸੋਸ਼ਲ ਜਸਟਿਸ 2022। ਕਹਿੰਦੇ ਕਿ ਵਰਲਡ ਡੇ ਸੋਸ਼ਲ ਜਸਟਿਸ, ਸੋਸ਼ਲ ਦੀ ਜਸਟਿਸ ਅਗਰ ਮਿਲੇ ਵਰਲਡ ਲੈਵਲ 'ਤੇ, ਇਹ ਦਿਨ ਮਨਾਇਆ ਜਾਂਦਾ ਹੈ। ਤਾਂ ਇਹਦੀ ਥੀਮ ਹੈਗੀ ਅਚੀਵਿੰਗ ਸੋਸ਼ਲ ਜਸਟਿਸ ਥਰੂ ਫਾਰਮਲ ਇੰਪਲੋਇਮੈਂਟ। ਤੁਸੀਂ ਐਵੇਂ ਹੀ ਯਾਦ ਰੱਖਣਾ ਹੈ, ਜਿਵੇਂ ਕਿ ਦਿਨ ਹੈਗਾ ਦੈਟ ਇਜ਼ ਸੋਸ਼ਲ ਜਸਟਿਸ, ਉਵੇਂ ਦੇ ਹੀ ਥੀਮ ਦੇ ਵਿੱਚ ਇਹ ਜਿਹੜੇ ਵਰਡਸ ਨੇ ਪਾਏ ਜਾਣਗੇ। ਤੁਸੀਂ ਐਵੇਂ ਤੁੱਕਾ ਵੀ ਲਗਾ ਸਕਦੇ ਹੋ। ਸੋ ਹੋਪਸੋ ਇੱਕ ਵੀ ਹੁੰਦਾ ਹੈ ਯਾਦ ਕਰਨ ਦਾ ਤਰੀਕਾ, ਤੁਸੀਂ ਯਾਦ ਰੱਖਣਾ ਇਹਨੂੰ, ਅਚੀਵਿੰਗ ਸੋਸ਼ਲ ਜਸਟਿਸ ਥਰੂ ਫਾਰਮਲ ਇੰਪਲੋਇਮੈਂਟ। ਅਗਲਾ ਹੈਗਾ ਵਰਲਡ ਪੈਂਗੁਇਨ ਡੇ ਕਦੋਂ ਮਨਾਇਆ ਜਾਂਦਾ ਹੈ? ਤੇ ਉਹਦੀ ਤਰੀਕ ਦੱਸਣੀ ਹੈ ਰਿਗਾਰਡਿੰਗ। ਹੋਰ ਕੀ ਕਿਹਾ ਹੈ? ਵਰਲਡ ਪੈਂਗੁਲਿਨ ਡੇ ਇਜ਼ ਸੈਲੀਬ੍ਰੇਟਡ ਐਵਰੀ ਔਨ ਵਿਚ ਡੇਟ to raise awareness about the shy eluvi mammals covered in hard scale from tip to tail। ਮਤਲਬ ਕਿ ਪੈਂਗੁਲਿਨ ਡੇ ਮਨਾਇਆ ਜਾਂਦਾ ਹੈ, ਤੁਸੀਂ ਦੱਸਣਾ ਤੇ ਇਹਦੇ ਰਿਗਾਰਡਿੰਗ ਅਵੇਅਰਨੈਸ ਵਗੈਰਾ ਦਿੱਤੀ ਜਾਂਦੀ ਹੈ। ਇਹ ਹਮੇਸ਼ਾ ਮਨਾਇਆ ਜਾਂਦਾ 3rd ਸੈਚਰਡੇ ਆਫ ਫੈਬਰਰੀ ਮਹੀਨੇ ਦਾ। ਫੈਬਰਰੀ ਮਹੀਨੇ ਦੇ ਤੀਸਰੇ ਸੈਚਰਡੇ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਸੋ ਤਰੀਕ ਕਿੰਨੀ ਹੈਗੀ ਹੈ? 19 ਫਰਵਰੀ 2022। ਅਗਲਾ ਹੈਗਾ ਵਰਲਡ ਥਿੰਕਿੰਗ ਡੇ ਇਜ਼ ਸੈਲੀਬ੍ਰੇਟਡ ਐਵਰੀ ਔਨ ਵਿਚ ਡੇਟ। ਕਹਿੰਦੇ ਕਿ ਅਗਰ ਵਰਲਡ ਲੈਵਲ 'ਤੇ ਡੇ ਮਨਾਇਆ ਜਾਂਦਾ ਥਿੰਕਿੰਗ ਦੇ ਰਿਗਾਰਡਿੰਗ ਹੈਗਾ, ਕਦੋਂ ਮਨਾਇਆ ਜਾਂਦਾ? 22 ਫਰਵਰੀ ਨੂੰ ਮਨਾਇਆ ਜਾਂਦਾ। ਇੱਦਾਂ ਯਾਦ ਰੱਖ ਲਓ ਕਿ ਅਸੀਂ ਜਿਹੜਾ 22 ਨੰਬਰ ਦਾ ਅੱਖਰ ਹੈ ਨਾ, ਇੱਕ ਦੂਸਰੇ ਨੇ ਭੈਣ ਭਰਾਵਾਂ ਨੂੰ ਅਸੀਂ ਕਹਿੰਦੇ 22 ਇਹ ਕੰਮ ਕਰਦੇ, ਇਹ ਕੰਮ ਕਰਦੇ। ਸੋ ਥਿੰਕਿੰਗ ਜਿਹੜੀ ਹੈ ਉਹਨਾਂ ਨੂੰ ਅਸੀਂ ਸ਼ੇਅਰ ਕਰਦੇ ਹਾਂ। ਤੁਸੀਂ ਐਵੇਂ ਯਾਦ ਰੱਖ ਲਓ ਕਿ 22 ਫੈਬਰਰੀ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈ? ਵਰਲਡ ਥਿੰਕਿੰਗ ਡੇ ਮਨਾਇਆ ਜਾਂਦਾ ਹੈ। ਅਗਲਾ ਹੈਗਾ ਸੈਂਟਰਲ ਐਕਸਾਈਜ਼ ਡੇ। ਸੋ ਐਕਸਾਈਜ਼ ਡੇ ਕਦੋਂ ਦਿਨ ਮਨਾਇਆ ਜਾਂਦਾ? ਇਹ 24 ਫਰਵਰੀ ਨੂੰ ਦਿਨ ਮਨਾਇਆ ਜਾਂਦਾ ਹੈ। ਅਗਲਾ ਹੈਗਾ ਵਟ ਇਜ਼ ਥੀਮ ਆਫ ਨੈਸ਼ਨਲ ਪ੍ਰੋਟੀਨ ਡੇ 2022। ਨੈਸ਼ਨਲੀ ਤੌਰ 'ਤੇ ਜਿਹੜਾ ਪ੍ਰੋਟੀਨ ਡੇ ਮਨਾਇਆ ਜਾਂਦਾ ਹੈ 2022 ਦਾ, ਉਹਦੀ ਥੀਮ ਕੀ ਹੈਗੀ ਹੈ? ਫੂਡ ਫਿਊਚਰਿਜ਼ਮ। ਫੂਡ ਫਿਊਚਰਿਜ਼ਮ ਇਹਦੀ ਥੀਮ ਹੈਗੀ ਹੈ। ਵਰਲਡ NGO ਡੇ ਸੈਲੀਬ੍ਰੇਟ ਐਵਰੀ ਈਅਰ ਔਨ। NGO ਡੇ ਕਦੋਂ ਮਨਾਇਆ ਜਾਂਦਾ ਹੈ? 27 ਫਰਵਰੀ ਨੂੰ NGO ਡੇ ਮਨਾਇਆ ਜਾਂਦਾ ਹੈ। ਨੈਸ਼ਨਲ ਸਾਇੰਸ ਡੇ ਮੈਂ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਹੈ, ਕਦੋਂ ਮਨਾਇਆ ਜਾਂਦਾ ਹੈ? 28 ਫਰਵਰੀ ਨੂੰ ਮਨਾਇਆ ਜਾਂਦਾ ਹੈ। ਦੀ ਰੇਅਰ ਡਿਸੀਜ਼ ਡੇ, ਅਗਰ ਜਿਹੜੀ ਹੈ ਰੇਅਰ ਡਿਸੀਜ਼ ਡੇ, ਇਹ ਕਦੋਂ ਮਨਾਇਆ ਜਾਂਦਾ? ਲਾਸਟ ਡੇ ਆਫ ਫੈਬਰਰੀ। ਚਾਹੇ 28 ਹੋਵੇ ਚਾਹੇ 29 ਹੋਵੇ, ਜਿਹੜਾ ਵੀ ਦਿਨ ਹੁੰਦਾ ਹੈ ਲਾਸਟ ਫੈਬਰਰੀ ਮਹੀਨੇ ਦਾ, ਉਦੋਂ ਕੀ ਮਨਾਇਆ ਜਾਂਦਾ ਹੈ? ਰੇਅਰ ਡਿਸੀਜ਼ ਡੇ ਮਨਾਇਆ ਜਾਂਦਾ ਹੈ। ਸੋ ਇਸ ਵਾਰ 2022 ਦਾ ਕਿੰਨੀ ਤਰੀਕ ਆਉਂਦੀ ਹੈ? 28 ਫਰਵਰੀ ਤਰੀਕ ਆਉਂਦੀ ਹੈ। ਸੋ ਇਹ ਸੀ ਸਾਰੀਆਂ ਸਾਡੀਆਂ ਇੰਪੋਰਟੈਂਟ ਡੇਜ਼। ਤੁਸੀਂ ਇੱਕ ਵਾਰ ਫਿਰ ਰਿਵਾਈਜ਼ ਕਰ ਲਓ ਮੇਰੇ ਨਾਲ। 15 ਫਰਵਰੀ ਨੂੰ ਕੀ ਮਨਾਉਂਦੇ ਆ? ਇੰਟਰਨੈਸ਼ਨਲ ਤੌਰ 'ਤੇ ਚਾਈਲਡਹੁੱਡ ਕੈਂਸਰ ਡੇ ਮਨਾਉਂਦੇ ਆ। ਸੋ 19 ਫੈਬਰਰੀ ਨੂੰ ਸੋਇਲ ਹੈਲਥ ਕਾਰਡ ਡੇ ਮਨਾਇਆ ਜਾਂਦਾ ਹੈ। ਸੋ ਅੱਗੇ ਸੀ ਨਿਊਜ਼ ਕਿ ਇੰਟਰਨੈਸ਼ਨਲ ਮਦਰ ਲੈਂਗੁਏਜ ਡੇਜ਼ ਦੀ
ਥੀਮ ਦੱਸੋ ਕੀ ਹੈਗੀ ਹੈ। ਯੂਜ਼ਿੰਗ ਟੈਕਨੋਲੋਜੀ ਫॉर ਮਲਟੀਲਿੰਗੁਅਲ ਲਰਨਿੰਗ ਚੈਲੰਜਸ ਐਂਡ ਓਪਰਚੁਨਿਟੀਜ਼ ਇਹਦੀ ਥੀਮ ਹੈਗੀ ਹੈ। ਅਗਲਾ ਹੈਗਾ ਕਿ ਵਰਡ ਡੇ ਆਫ ਸੋਸ਼ਲ ਜਸਟਿਸ, ਇਹਦੀ ਥੀਮ ਕੀ ਹੈਗੀ ਹੈ, ਅਚੀਵਿੰਗ ਸੋਸ਼ਲ ਜਸਟਿਸ ਥਰੂ ਫਾਰਮਲ ਇੰਪਲੋਇਮੈਂਟ। ਵਰਲਡ ਪੈਂਗੋਲਿਨ ਡੇ ਕਦੋਂ ਮਨਾਇਆ ਜਾਂਦਾ ਹੈ, 19 ਫਰਵਰੀ ਨੂੰ, ਮਤਲਬ ਕਿ 3rd ਸੈਚਰਡੇ ਜਿਹੜਾ ਹੁੰਦਾ ਹੈ ਫਰਵਰੀ ਮਹੀਨੇ ਦਾ, ਉਦੋਂ ਮਨਾਇਆ ਜਾਂਦਾ ਹੈ। ਵਰਲਡ ਥਿੰਕਿੰਗ ਡੇ ਕਦੋਂ ਮਨਾਉਂਦੇ ਆ, 22 ਫਰਵਰੀ ਨੂੰ ਮਨਾਇਆ ਜਾਂਦਾ ਹੈ। ਸੈਂਟਰਲ ਐਕਸਰਸਾਈਜ਼ ਡੇ 24 ਫਰਵਰੀ ਨੂੰ। ਵਰਲਡ ਜਿਹੜੀ ਥੀਮ ਦੱਸਣੀ ਹੈ, ਨੈਸ਼ਨਲ ਪ੍ਰੋਟੀਨ ਡੇ 2022 ਦੀ ਕੀ ਹੈਗੀ, ਫੂਡ ਫਿਊਚਰਿਜ਼ਮ ਇਹਦੀ ਥੀਮ ਹੈਗੀ ਹੈ। NGO ਡੇ ਕਦੋਂ ਮਨਾਇਆ ਜਾਂਦਾ ਹੈ, 27 ਫਰਵਰੀ ਨੂੰ ਮਨਾਇਆ ਜਾਂਦਾ ਹੈ। ਨੈਸ਼ਨਲ ਸਾਇੰਸ ਡੇ ਕਦੋਂ ਮਨਾਇਆ ਜਾਂਦਾ ਹੈ, 28 ਫਰਵਰੀ ਨੂੰ ਮਨਾਇਆ ਜਾਂਦਾ ਹੈ। ਰੇਅਰ ਡਿਸੀਜ਼ ਡੇ, ਇਹ ਲਾਸਟ ਡੇ ਜਿਹੜਾ ਫਰਵਰੀ ਦਾ ਹੁੰਦਾ, ਜਿਹੜਾ ਕਿ 2022 ਦੇ ਵਿੱਚ 28 ਫਰਵਰੀ ਬਣੀ ਹੈ, ਉਦੋਂ ਮਨਾਇਆ ਜਾਂਦਾ ਹੈ। ਸੋ ਅੱਗੇ ਅਸੀਂ ਗੱਲ ਕਰਨੀ ਹੈ ਇੰਪੋਰਟੈਂਟ ਨਿਊਜ਼ ਦੀ, ਜਿਹੜੀ ਇੰਡੀਆ ਦੇ ਰਿਗਾਰਡਿੰਗ ਜਿੰਨੀਆਂ ਵੀ ਇੰਪੋਰਟੈਂਟ ਨਿਊਜ਼ ਨੇ ਉਹਨਾਂ ਬਾਰੇ ਅਸੀਂ ਡਿਸਕਸ਼ਨ ਕਰਾਂਗੇ। ਇਨ ਵਿਚ ਸਿਟੀ Indian Railway is setting up country biggest and world class wrestling academy to support wrestling as a sport। ਕਹਿੰਦੇ ਕਿ ਇੰਡੀਅਨ ਰੇਲਵੇ ਵਾਲੇ ਕੀ ਕਰ ਰਹੇ ਨੇ, ਇੱਕ ਰੈਸਲਿੰਗ ਦੇ ਰਿਗਾਰਡਿੰਗ ਅਕੈਡਮੀ ਖੋਲ ਰਹੇ ਨੇ, ਸੋ ਤਾਂ ਜੋ ਕਿ ਰੈਸਲਿੰਗ ਜਿਹੜੀ ਐਜ਼ ਏ ਸਪੋਰਟ ਉਸਨੂੰ ਜਿਹੜਾ ਕਿ ਸਪੋਰਟ ਕੀਤਾ ਜਾਏ। ਇਹ ਕਿਸ ਸਟੇਟ ਵਿੱਚ ਖੋਲੀ ਜਾ ਰਹੀ ਹੈ, ਇਹ ਕਿੱਥੇ ਖੋਲੀ ਜਾ ਰਹੀ ਹੈ, ਇਹ ਦਿੱਲੀ ਵਿੱਚ ਖੋਲੀ ਜਾ ਰਹੀ ਹੈ। ਸੋ ਅਗਲੀ ਨਿਊਜ਼ ਹੈਗੀ ਹੈ, ਵਿਚ ਆਰਗੇਨਾਈਜੇਸ਼ਨ ਹੈਜ਼ ਆਰਗੇਨਾਈਜ਼ਡ ਏ ਹੈਕਥੌਨ, ਮਤਲਬ ਕਿ ਉਸ ਆਰਗੇਨਾਈਜੇਸ਼ਨ ਨਾਮ ਦੱਸੋ ਜਿਹੜੀ ਕਿ ਹੈਕਥੌਨ ਮਤਲਬ ਹੈਕਿੰਗ ਦੇ ਰਿਗਾਰਡਿੰਗ ਗੱਲ ਕੀਤੀ ਜਾ ਰਹੀ ਹੈ, ਉਹਨੇ ਉਸ ਚੀਜ਼ ਨੂੰ ਆਰਗੇਨਾਈਜ਼ਡ ਕੀਤਾ ਹੈ ਤੇ ਇਹਦਾ ਇੱਕ ਨਵਾਂ ਨਾਮ ਉਹਨਾਂ ਨੇ ਇਸ ਨਾਮ ਤੋਂ ਇਹਨਾਂ ਇਸ ਪ੍ਰੋਗਰਾਮ ਨੂੰ ਮਨਾਇਆ, ਦੈਟ ਇਜ਼ ਡਾਕਥੌਨ ਦੇ ਨਾਮ ਤੋਂ ਮਨਾਇਆ। ਮਤਲਬ ਕੀ ਹੈਗਾ, ਇਹ ਮਨਾਇਆ ਇਹਨਾਂ ਨੇ 15 ਫਰਵਰੀ ਤੋਂ ਲੈ ਕੇ 22 ਫਰਵਰੀ ਤੱਕ ਦਾ ਪ੍ਰੋਗਰਾਮ ਸੀ। ਇਹਦੇ ਵਿੱਚ ਕੀ ਗੱਲ ਕੀਤੀ ਉਹਨਾਂ ਨੇ, ਟੂ ਫਾਈਂਡ ਸੋਲਿਊਸ਼ਨ ਟੂ ਅਨਰੇਵਲ ਦੀ ਅਨੋਨਿਮਿਟੀ ਆਫ ਡਾਰਕਨ ਮਾਰਕੀਟਸ। ਅਗਰ ਇਹਦੇ ਵਿੱਚ ਕਿ ਜਿੰਨਾ ਵੀ ਡਾਰਕਨ ਮਾਰਕੀਟ ਹੈ ਅਸੀਂ ਉਸਨੂੰ ਅਨਰਿਵੀਲ ਕਰਨਾ ਹੈ, ਉਹਦੇ ਰਿਗਾਰਡਿੰਗ ਹੈਗੀ ਹੈ ਹੈਕਿੰਗ ਦੇ ਰਿਗਾਰਡਿੰਗ। ਇਹ ਸਾਰਾ ਕੁਝ ਕੰਮ ਕਿਹਦੇ ਅੰਡਰ ਹੋਇਆ, ਕਿਸ ਆਰਗੇਨਾਈਜੇਸ਼ਨ ਦੇ ਅੰਡਰ ਹੋਇਆ, ਇਹ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅੰਡਰ ਇਹ ਸਾਰਾ ਕੰਮ ਹੋਇਆ ਹੈ। ਇਸ ਨੂੰ ਅਸੀਂ ਸ਼ੋਰਟ ਫਾਰਮ ਵਿੱਚ NCB ਵੀ ਕਹਿੰਦੇ ਹਾਂ। ਫਸਟ ਆਫ ਕਾਈਂਡ 2 ਡੇ ਗਲੋਬਲ ਸਮਿਟ, ਕਹਿੰਦੇ ਕਿ 2 ਦਿਨਾਂ ਦੀ ਗਲੋਬਲ ਸਮਿਟ ਹੋਈ ਹੈ। ਰੀਅਮੇਜ਼ਨਿੰਗ ਮਿਊਜ਼ੀਅਮ ਇਨ ਇੰਡੀਆ, ਜਿਹੜੇ ਕਿ ਮਿਊਜ਼ੀਅਮ ਨੇ ਉਹਨਾਂ ਨੂੰ ਅਸੀਂ ਰੀਅਮੇਜ਼ਨ ਕਰਨਾ ਹੈਗਾ, ਰੀਅਮੇਜ਼ਨਿੰਗ ਮਿਊਜ਼ੀਅਮ ਇਨ ਇੰਡੀਆ। ਸੋ ਇਹ ਕਿੱਥੇ ਕੀਤੀ ਗਈ ਹੈ ਐਗਜ਼ੀਬਿਸ਼ਨ ਵਗੈਰਾ, ਜਿਹੜੀ ਕਿ 2 ਦਿਨਾਂ ਦੀ ਸਮਿਟ ਸੀ, ਇਹ ਹੈਦਰਾਬਾਦ ਵਿੱਚ ਕੀਤੀ ਗਈ। who will be the head of Apex Committee on G20 Secretariat formed to oversee the preparation for G20 Indian Summit 2023। ਜਿਹੜਾ ਕਿ G20 ਦੀ ਸਮਿਟ ਹੋਣੀ ਹੈ 2023 ਦੀ, ਉਹ ਸਾਡੀ ਇੰਡੀਆ ਵਿੱਚ ਹੋਣੀ ਹੈ। ਸੋ ਇਹ ਸਭ ਦਾ ਅਪੈਕਸ ਕਮੇਟੀ ਕਿਹੜੀ ਹੈਡ ਕਰ ਰਹੀ ਹੈ, ਦੈਟ ਇਜ਼ ਪ੍ਰਾਈਮ ਮਿਨਿਸਟਰ ਨੂੰ ਹੈਡ ਕਰਨਗੇ। ਅੱਗੇ ਹੈਗਾ ਮਿਨਿਸਟਰੀ ਆਫ ਐਜੂਕੇਸ਼ਨ MOE ਅਪਰੂਵਡ ਏ ਨਿਊ ਸਕੀਮ, ਉਹਨਾਂ ਨੇ ਕੀ ਕੀਤਾ, ਨਵੀਂ ਸਕੀਮ ਲਾਂਚ ਕੀਤੀ ਹੈ, ਦੈਟ ਇਜ਼ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ। ਨਵਾਂ ਇੰਡੀਆ ਹੋਏਗਾ ਤੇ ਲਿਟਰੇਸੀ ਪ੍ਰੋਗਰਾਮ ਵੀ ਉਹਦੇ ਰਿਗਾਰਡਿੰਗ, ਇਹ ਸਾਰੀ ਸਕੀਮ ਦਾ ਨਾਮ ਹੈਗਾ ਹੈ। ਅਗਰ ਅਸੀਂ ਇਹਨੂੰ ਇੰਪਲੀਮੈਂਟ ਕਰਨਾ ਹੈ ਕਦੋਂ ਤੋਂ ਕਦੋਂ ਤੱਕ, 2022 ਤੋਂ ਲੈ ਕੇ 2027 ਤੱਕ ਅਸੀਂ ਇਸ ਨੂੰ ਇੰਪਲੀਮੈਂਟ ਕਰਨਾ ਹੈ। ਅੱਗੇ ਫਿਰ ਉਹੀ ਰਿਪੀਟ ਹੋ ਰਹੀ ਹੈ ਨਿਊਜ਼, ਮਤਲਬ ਕਿ ਮਿਨਿਸਟਰੀ ਆਫ ਐਜੂਕੇਸ਼ਨ ਦੀ ਹੈ ਸਕੀਮ ਕੋਈ ਹੋਰ ਆ ਜਾਂਦੀ ਹੈ। ਇਹਦੇ ਦੱਸਿਆ ਇਹਨਾਂ ਨੇ ਕਿ ਸਕੀਮ ਵੀ ਇਹ ਹੈਗੀ ਕਿ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਦੇ ਅੰਦਰ ਜਿਹੜੀ ਕਿ ਵਿਚ ਟਰਮ ਅਡਲਟ ਐਜੂਕੇਸ਼ਨ ਵਿਲ ਬੀ ਰਿਪਲੇਸਡ ਬਾਈ, ਉਹਨਾਂ ਨੇ ਕਿਹਾ ਕਿ ਇਸ ਸਕੀਮ ਦੇ ਅੰਡਰ ਕੀ ਕਿਹਾ ਉਹਨਾਂ ਨੇ ਕਿ ਅਡਲਟ ਐਜੂਕੇਸ਼ਨ ਜਿਹੜੀ ਟਰਮ ਹੈਗੀ ਅਸੀਂ ਇਸ ਨੂੰ ਕਿਸ ਚੀਜ਼ ਨਾਲ ਰਿਪਲੇਸ ਕਰ ਦਿੱਤਾ ਹੈ। ਸੋ ਇਹਨੂੰ ਰਿਪਲੇਸ ਕੀਤਾ ਐਜੂਕੇਸ਼ਨ ਫॉर ਆਲ ਦੇ ਨਾਲ। ਅਗਲੀ ਹੈਗੀ ਹੈ ਨਿਊਜ਼, ਯੂਨੀਅਨ ਮਿਨਿਸਟਰ ਸਰਬਾਨੰਦ ਸੋਨੋਵਾਲ। ਸਰਬਾਨੰਦ ਸੋਨੋਵਾਲ ਕਿਸ ਮਿਨਿਸਟਰੀ ਦੇ ਹੈਡ ਨੇ, ਇਹ ਆਯੁਸ਼ ਮਿਨਿਸਟਰੀ ਦੇ ਹੈਡ ਨੇ। ਹੈਜ਼ ਅਨਰਿਵੀਲ ਦੀ ਮਚ ਵੇਟਡ ਵਾਟਰ ਟੈਕਸੀ ਸਰਵਿਸ, ਉਹਨਾਂ ਨੇ ਕਿ ਵਾਟਰ ਟੈਕਸੀ ਸਰਵਿਸ ਲਾਂਚ ਕੀਤੀ ਹੈ, ਕਿੱਥੇ ਲਾਂਚ ਹੋਈ ਹੈ, ਇਹ ਮੁੰਬਈ ਦੇ ਵਿੱਚ ਲਾਂਚ ਹੋਈ ਹੈ। ਵਿਚ ਆਰਗੇਨਾਈਜੇਸ਼ਨ ਹੈਜ਼ ਲਾਂਚਡ ਕੁਆਇਟ ਤੰਬਾਕੂ ਐਪ, ਮਤਲਬ ਤੰਬਾਕੂ ਨੂੰ ਅਸੀਂ ਦੂਰ ਹਟਾਉਣ ਲਈ, ਤੰਬਾਕੂ ਮੁਕਤ ਬਣਾਉਣ ਲਈ ਇੱਕ ਐਪ ਖੋਲੀ ਹੈਗੀ ਹੈ, ਟੂ ਹੈਲਪ ਪੀਪਲ ਟੂ ਕੁਆਇਟ ਤੰਬਾਕੂ ਇਨ ਆਲ ਫਾਰਮਸ, ਕਿ ਦੁਨੀਆ ਦੀ ਹੈਲਪ ਕਰ ਸਕੇ ਕਿ ਤੰਬਾਕੂ ਵਰਗੀਆਂ ਜਿਹੜੀਆਂ ਵੀ ਲੱਤ ਲੱਗ ਜਾਂਦੀ ਉਹਨਾਂ ਨੂੰ, ਉਸ ਤੋਂ ਅਸੀਂ ਬਚਾਇਆ ਜਾ ਸਕੇ ਦੁਨੀਆ ਨੂੰ। ਇਹ ਕਿਹਦਾ ਕਦਮ ਲਿਆ ਹੈ, ਇਹ WHO ਨੇ ਕਦਮ ਲਿਆ ਹੈ, ਇਸ ਦਾ ਫੁੱਲ ਫਾਰਮ ਹੈਗੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਸਾਰੇ ਕਦਮ ਲਏ ਨੇ। ਵਟ ਇਜ਼ ਦੀ ਲੈਂਥ ਆਫ ਮੇਨ ਟਨਲ ਆਫ T49, ਕਹਿੰਦੇ ਕਿ T49 ਜਿਹੜੀ ਟਨਲ ਬਣਾਈ ਜਾ ਰਹੀ ਹੈ ਇਹਦੀ ਲੈਂਥ ਦੱਸਣੀ ਹੈ। ਦੀ ਲੌਂਗੈਸਟ ਟਨਲ ਆਫ ਇੰਡੀਅਨ ਰੇਲਵੇ, ਜਿਹੜੀ ਕਿ ਲੌਂਗੈਸਟ ਟਨਲ ਹੋਏਗੀ ਇੰਡੀਅਨ ਰੇਲਵੇ ਦੀ, ਬਿਟਵੀਨ ਦੀ ਸੰਬਰ ਐਂਡ ਅਰਪਿਨ ਚੱਲਾ ਸਟੇਸ਼ਨ ਆਫ ਕਟਰਾ ਬਨੀਹਾਲ ਸੈਕਸ਼ਨ ਆਫ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ। ਇਹ ਸਾਰਾ ਲਿੰਕ ਹੈਗਾ, ਇਹਦੇ ਵਿੱਚ ਟਨਲ ਬਣਾਈ ਗਈ ਹੈ ਪ੍ਰੋਜੈਕਟ ਵਿੱਚ।
सो ਇਹਦੀ ਤੁਸੀਂ ਲੈਂਥ ਦੱਸਣੀ ਹੈ ਕਿੰਨੀ ਹੈਗੀ 12.758 ਕਿਲੋਮੀਟਰ ਇਹਦੀ ਲੈਂਥ ਹੈਗੀ ਹੈ। ਅਗਲੀ ਨਿਊਜ਼ ਹੈ ਵਟ ਇਜ਼ ਦ ਆਊਟਲੇ ਆਫ ਸਕੀਮ ਫॉर ਇਕਨੋਮਿਕ ਇੰਪਾਵਰਮੈਂਟ। ਕਹਿੰਦੇ ਕਿ ਸਕੀਮ ਫॉर ਇਕਨੋਮਿਕ ਪਾਵਰਮੈਂਟ ਜਿਹੜੀ ਕਿ ਸੀਡ ਜਿਹਨੂੰ ਅਸੀਂ ਸ਼ੋਰਟ ਫਾਰਮ 'ਚ ਕਹਿ ਦਿੰਦੇ ਹਾਂ ਕਿ ਇਹਦੀ ਆਊਟਲੇ ਮਤਲਬ ਕਿ ਕਿੰਨਾ ਖਰਚਾ ਆਇਆ ਇਹਦੇ ਬਾਰੇ ਦੱਸਣਾ ਹੈ ਕਿ ਲਾਂਚ ਬਾਈ ਦੀ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਨੇ ਜਿਹੜੀ ਸਕੀਮ ਲਾਂਚ ਕੀਤੀ ਹੈ ਸੀਡ ਇਹਦਾ ਲਗਭਗ 200 ਕਰੋੜ ਦੇ ਲਗਭਗ ਇਹਦਾ ਆਊਟਲੇ ਇਹਨਾਂ ਨੇ ਡਰੋ ਕੀਤਾ ਹੈ। ਅਗਲੀ ਹੈਗੀ ਨਿਊਜ਼ ਦੀ 12th ਐਡੀਸ਼ਨ ਆਫ ਪ੍ਰੈਜ਼ੀਡੈਂਟ ਫਲੀਟ ਰਿਵਿਊ ਵਾਸ ਕੰਡਕਟਡ ਐਟ ਵਿਚ ਪਲੇਸ ਐਜ਼ ਅ ਪਾਰਟ ਆਫ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਮੇਂ। ਕਹਿੰਦੇ ਕਿ 12ਵੇਂ ਨੰਬਰ ਦੀ ਐਡੀਸ਼ਨ ਹੋਈ ਹੈ ਕਿੱਥੇ ਇਹ ਫਲੀਟ ਜਿਹੜੀ ਰਿਵਿਊ ਕੀਤਾ ਗਿਆ ਹੈ ਵਿਸ਼ਾਖਾਪਟਨਮ ਦੀ ਗੱਲ ਕਰ ਰਹੇ ਨੇ। ਅੱਗੇ ਹੈਗਾ ਅੰਡਰ ਹੂਜ਼ ਚੈਂਪੀਅਨਸ਼ਿਪ ਕਹਿੰਦੇ ਕਿਹਦੀ ਚੈਂਪੀਅਨਸ਼ਿਪ ਦੇ ਅੰਡਰ ਸੇਬੀ ਹੈਜ਼ ਰੀਕਨਸਟੀਟਿਊਟਡ ਇਟਸ ਅਲਟਰਨੇਟਿਵ ਇਨਵੈਸਟਮੈਂਟ ਪੋਲਿਸੀ ਐਡਵਾਈਜ਼ਰੀ ਕਮੇਟੀ। ਸੇਬੀ ਨੇ ਕੀ ਕੀਤਾ ਆਪਣੀ ਰੀਕਨਸਟਰਕਟ ਕੀਤੀ ਹੈ ਅਲਟਰਨੇਟਿਵ ਇਨਵੈਸਟਮੈਂਟ ਪੋਲਿਸੀ ਐਡਵਾਈਜ਼ਰੀ ਕਮੇਟੀ ਨੂੰ ਵਿੱਚ ਐਡਵਾਈਜ਼ ਕਰੇਗੀ ਕੀ ਕੰਮ ਕਰੇਗੀ ਕਿ ਕੈਪੀਟਲ ਮਾਰਕੀਟ ਰੈਗੂਲੇਟਰ ਔਨ ਰੇਂਜ ਆਫ ਇਸ਼ੂਜ਼ ਵਿੱਚ ਇੰਪੈਕਟ ਫਰਦਰ ਡਿਵੈਲਪਮੈਂਟ ਆਫ AIF। मतलब कि ਇਹ ਕਿੰਨੀ ਸਾਰੀ ਚੀਜ਼ ਨੂੰ ਹੈਡ ਕੀਤਾ ਹੈ ਉਹਦਾ ਨਾਮ ਹੈਗਾ NR ਨਾਰਾਇਣ ਮੂਰਤੀ ਜੀ ਨੇ ਇਸ ਨੂੰ ਹੈਡ ਕੀਤਾ ਹੈ ਜਿਹੜੇ ਕਿ ਚੈਂਪੀਅਨਸ਼ਿਪ ਉਹਨਾਂ ਨੂੰ ਮਿਲੀ ਹੈ ਸੇਬੀ ਦੀ। ਇੰਟਰਨੈਸ਼ਨਲ ਇੰਸਟੀਚਿਊਟ ਫॉर ਪੋਪੂਲੇਸ਼ਨ ਸਾਇੰਸ IIPS ਮੀਨਸ ਇੰਟਰਨੈਸ਼ਨਲ ਇੰਸਟੀਚਿਊਟ ਫॉर ਪੋਪੂਲੇਸ਼ਨ ਸਾਇੰਸ ਦੀ ਗੱਲ ਕਰ ਰਹੇ ਨੇ ਇਸ ਲੋਕੇਟਡ ਇਨ ਵਿਚ ਸਿਟੀ। ਇਹ ਕਿੱਥੇ ਲੋਕੇਟਡ ਹੈਗੀ ਹੈ ਆਨਸਰ ਪਹਿਲਾਂ ਦੱਸ ਦਿੰਦੀ ਹਾਂ ਮੁੰਬਈ ਵਿੱਚ ਰਿਲੇਟਡ ਹੈਗੀ ਹੈ। where two new centers called Center of Demography of Gender and Center for Aging Studies are inaugurated। अगर ਤੁਹਾਨੂੰ ਇਹ ਨਹੀਂ ਆਇਆ ਤਾਂ ਤੁਹਾਨੂੰ ਸੈਂਟਰਸ ਦੇ ਨਾਮ ਹੀ ਪੁੱਛ ਲੈਣਗੇ। ਸੈਂਟਰਸ ਦੇ ਨਾਮ ਜ਼ਰੂਰ ਯਾਦ ਰੱਖਣੇ ਕਿਹੜੇ ਸੈਂਟਰ ਨੇ ਸੈਂਟਰ ਫॉर ਡੈਮੋਗ੍ਰਾਫੀ ਆਫ ਜੈਂਡਰ ਤੇ ਦੂਸਰਾ ਕੀ ਹੈ ਸੈਂਟਰ ਫॉर ਏਜਿੰਗ ਸਟੱਡੀਜ਼। ਅੱਗੇ ਨਿਊਜ਼ ਆ ਗਈ which ministry has organized a Chintan Shivar Heal by India for strengthening the country education system in health sector। ਕਹਿੰਦੇ ਕਿ ਐਜੂਕੇਸ਼ਨ ਸਿਸਟਮ ਅਸੀਂ ਹੈਲਥ ਸੈਕਟਰ ਵਿੱਚ ਅਸੀਂ ਇਹਨੂੰ ਮਜ਼ਬੂਤ ਕਰਨਾ ਹੈ। ਇਹ ਕਿਹਦੇ ਦੁਆਰਾ ਲਾਂਚ ਕੀਤੀ ਗਈ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੁਆਰਾ। ਅੱਗੇ ਹੈਗਾ ਦਿੱਲੀ ਖੁਜਰਾਹੋ ਦਿੱਲੀ ਰੂਟ ਹੈਜ਼ ਬੀਨ ਅਵਾਰਡਡ ਟੂ ਵਿਚ 에ਅਰਲਾਈਨ। ਕਹਿੰਦੇ ਕਿਹੜੀ 에ਅਰਲਾਈਨ ਨੂੰ ਇਹ ਅਵਾਰਡਡ ਕੀਤਾ ਗਿਆ ਹੈ ਜਿਹਦੇ ਉਡਾਨ 3.0 ਦੇ ਅੰਡਰ ਕਿਹੜੀ ਜੈਟ ਸਟ੍ਰੀਮ ਦੀ ਗੱਲ ਕਰ ਰਹੇ ਹਾਂ ਅਸੀਂ ਸਪਾਈਸ ਜੈਟ ਦੀ ਗੱਲ ਕਰ ਰਹੇ ਹਾਂ ਕਿ ਇਹ ਰੂਟ ਉਹਦੇ ਅੰਡਰ ਆਉਂਦਾ ਹੈ। 550 ਟਨ ਕੈਪੈਸਿਟੀ ਗੋਬਰਧਨ ਬਾਇਓ CNG ਗੋਬਰਧਨ ਬਾਇਓ CNG ਜਿਹੜਾ ਪਲਾਂਟ ਬਣਾਇਆ ਜਾ ਰਿਹਾ ਉਹ ਕਿੱਥੇ ਇਨੋਗ੍ਰੇਟ ਕੀਤਾ ਜਾ ਰਿਹਾ ਬਾਈ PM ਮੋਦੀ ਜੀ ਦੁਆਰਾ। ਇਹ ਇੰਦੌਰ ਦੇ ਵਿੱਚ ਪਲਾਂਟ ਲਗਾਇਆ ਜਾ ਰਿਹਾ ਗੋਬਰਧਨ ਬਾਇਓ CNG ਪਲਾਂਟ ਹੈ। ਇਹ ਤੁਸੀਂ ਨਾਮ ਯਾਦ ਰੱਖਣਾ ਹੈ ਹੋਰ ਬਾਕੀ ਪਲਾਂਟਾਂ ਨਾਲ ਤੁਸੀਂ ਇਹਨੂੰ ਮਿਕਸ ਨਹੀਂ ਕਰ ਦੇਣਾ ਹੈ। ਅਗਲੀ ਨਿਊਜ਼ ਹੈ ਵਿਚ ਸਕੀਮ ਦੀ ਸੈਂਟਰਲ ਗਵਰਨਮੈਂਟ ਹੈਜ਼ ਲੌਂਚਡ ਏ ਡੋਰ ਸਟੈਪ डिस्ट्रीब्यूशन ड्राइव मेरी पॉलिसी मेरे हाथ। मेरी पॉलिसी मेरे हाथ ਜਿਹੜੀ ਸਕੀਮ ਹੈ ਜਿੱਥੇ ਡੋਰ ਸਟੈਪ ਡਿਲੀਵਰੀ ਹੋਏਗੀ ਇਹ ਕਿਸ ਅੰਡਰ ਆਉਂਦੀ ਹੈ ਇਹ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਅੰਡਰ ਆਉਂਦੀ ਹੈ। ਅਗਲੀ ਹੈਗੀ ਇਨ ਫੈਬਰਰੀ 2022 ਇੰਡੀਆ ਸਾਈਨ ਏ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਐਗਰੀਮੈਂਟ CEPA ਮੀਨਸ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਹੋਇਆ ਕਿਹਦੇ ਨਾਲ ਕੀਤਾ ਗਿਆ ਹੈ ਇਹ UAE ਦੇ ਨਾਲ ਇਹ ਐਗਰੀਮੈਂਟ ਸਾਈਨ ਹੋਇਆ ਹੈ ਇੰਡੀਆ ਦਾ। The government has approved the scheme of राष्ट्रीय उच्चतर शिक्षा अभियान रूसा राष्ट्रीय उच्चतर शिक्षा अभियान फॉर कंटिन्यूशन टिल। कहते गवर्नमेंट ने स्कीम कदों तक लॉन्च करने क्या है मतलब 2026 तक ये चली रहेगी स्कीम। आगे इंडिया फर्स्ट बायोसेफ्टी लेवल 3 कंटेनमेंट मोबाइल लैबोरेटरी। बायोसेफ्टी लेवल 3 की कंटेनमेंट मोबाइल लैबोरेटरी लगाई जा रही है कितने लॉन्च की जा रही है निशंक महाराष्ट्र में लॉन्च की जा रही है। हु हैज़ कंपोज दी सिग्नेचर ट्यून बनाई है उन्हें ਉਹਦਾ ਨਾਮ ਦੱਸਣਾ ਜਿਹਨੇ सिग्नेचर ट्यून बनाई है वंदे मातरम ਦੀ ਜਿਹੜੀ ਰਿਲੀਜ਼ ਹੋਈ ਹੈ मिनिस्ट्री ऑफ स्टेट फॉर कल्चर एंड एक्सटर्नल अफेयर मिनिस्टर मीनाक्षी लेखाई द्वारा। सो ये किन्ने जी सिग्नेचर ट्यून बनाई हैगी ਉਹਦਾ नाम दसना बंदियां दा ਉਹ हैगे रिकी केस ते विक्रम घोष द्वारा ये बनाई गई है। अगली न्यूज़ है विद विच फाइनैंशियल आउटले सेंटर मतलब कि अच्छा दसो किन्ना है किन्ना आउटले बनया हैगा किस रिगार्डिंग मीनस कम मैरिट स्कॉलरशिप स्कीम के अंडर जिहड़ी कि 5 सालों के लिए चलेगी। सो इन्ना जिन्ना लिखा खर्चा इन्ने करोड़ रुपया खर्चा आया हैगा। दी किसान ड्रोन यात्रा विच वाज इनएगोरेटेड वर्चुअली बाय PM मोदी जी। कहते कि जिहड़ी किसान ड्रोन यात्रा हैगी और जिहड़ी कि PM मोदी जी द्वारा वर्चुअली इनएगोरेट की गई सी कित्थों की गल कर रहे हैं किस जगह की यह हैगी मानेसर
मानेसर जगह की गल कर रहे हैं, इत्थे लॉन्च की गई सी। अगे अगे मिनिस्ट्री ऑफ एजुकेशन दी हैज़ अप्रूव द कंटिन्यूएशन ऑफ नैशनल मेन्स कम मैरिट स्कॉलरशिप। कहते कि स्कॉलरशिप कदों तक कंटिन्यू की जाएगी, 25-26 तक कंटिन्यू की जाएगी। यूनियन मिनिस्टर फॉर पोर्ट शिपिंग एंड वाटरवेज आयुष सरबानंद सोनोवाल इनोग्रेटेड निकर्षण साधन। कहते कि उन्होंने की इनोग्रेट किया है, निकर्षण साधन इनोग्रेट किया है। दी ड्रैगिंग म्यूजियम इन कित्थे दी गल कर रहे हैं, ये विशाखापट्टनम की गल कर रहे हैं। अगली न्यूज़ है विच ऑर्गेनाइजेशन हैज साइन MU विद नैशनल इंस्टीट्यूट ऑफ अर्बन अफेयर टू इंप्लीमेंट सस्टेनेबल साइट्स इंडिया प्रोग्राम। कहते कि MU साइन होया है कि असी अर्बन अफेयर्स के रिगार्डिंग कि असी इंप्लीमेंट करना है सस्टेनेबल साइट्स इंडिया प्रोग्राम। सो किहड़ी ऑर्गेनाइजेशन द्वारा किया गया MU साइन है, वर्ल्ड इकोनॉमिक फोरम द्वारा साइन किया गया है। अगली न्यूज़ है इंटरनेशनल बिजनेस मशीन कॉरपोरेशन हैज़ लॉन्च्ड ए साइबर सिक्योरिटी हब इन विच सिटी टू address the concern of its client over across the Asia Pacific region। कहते कि साइबर सिक्योरिटी गल कर रहे हैं और लॉन्च किया गया है हब, ये बेंगलोर दे विच लॉन्च किया गया है। अगे न्यूज़ है इंडियन रेलवे अलोंग भेल मतलब भारत हैवी इलेक्ट्रिकल लिमिटेड द्वारा है सक्सेसफुली कमीशन इंडिया फर्स्ट सोलर फोटोवोल्टाइक प्लांट 1.7 मैगावाट है। फोटोवोल्टाइक प्लांट है 1.7 मैगावाट का और कितने लॉन्च किया गया है, बीना मध्य प्रदेश में लॉन्च किया गया है। अगली न्यूज़ है दी सेंट्रल गवर्नमेंट हैज़ रिसेंटली लॉन्च्ड एंड सेंट्रल गवर्नमेंट ने की लॉन्च किया है ओम बुद्धिस्ट पर्सन ऐप फॉर विच सिलेक्शन प्रोग्राम। कहते किस प्रोग्राम के अंडर है ये ओम बुद्धिस्ट पर्सन ऐप, ये मनरेगा के अंडर लॉन्च की गई है। अगली न्यूज़ है वट इज़ द इंडिया रैंक इन इंटरनेशनल इंटलैक्चुअल प्रॉपर्टी इंडैक्स 2022 ਦੇ ਵਿੱਚ। इंटलैक्चुअल प्रॉपर्टी इंडैक्स 2022 ਦੇ ਵਿੱਚ इंडिया का रैंक दसना है कितना है, दैट इज़ 43 नंबर का इंडिया का रैंक है। नेम द वर्ल्ड फर्स्ट एयरपोर्ट फुली पावर्ड बाय सोलर एनर्जी। कहता एयरपोर्ट का नाम दसो जी कि पूरी की पूरी तरह सोलर एनर्जी का काम करती है, जी कि विकेम दी पावर पॉजिटिव बन गया है कोचिन इंटरनेशनल एयरपोर्ट की गल कर रहे हैं। अगला है न्यूज़ इन वसवा संगम मोबाइल ऐप। जोड़ा वसवा संगम मोबाइल ऐप पीपल कैन 100% सेंटेंस ऑफ डेली यूज़। कहते ये कि 100% डेली यूज़ लैंग्वेज के सेंटेंस सीख सकते हैं। ऐप का नाम है वसवा संगम ऐप। ये किन्नी लैंग्वेज में लॉन्च की गई है, 22 लैंग्वेज में लॉन्च की गई है। अगली न्यूज़ है नेम द ऑपरेशन लॉन्च बाय इंडियन गवर्नमेंट फॉर इवैक्यूएशन ऑफ इंडियन नैशनल्स फ्रॉम यूक्रेन ड्यू टू रशिया यूक्रेन वार ਦੇ यूक्रेन ਦੇ ਲੋਕਾਂ ਨੂੰ ਉੱਥੋਂ ਬਾਹਰ ਕੱਢਣ ਲਈ। ਸੋ ਕਿਹੜੇ ਆਪਰੇਸ਼ਨ ਦਾ ਅਸੀਂ ਲਾਂਚ ਕੀਤਾ ਗਿਆ, दैट इज़ ऑपरेशन गंगा ਦੇ ਨਾਮ ਤੇ ਲਾਂਚ ਕੀਤਾ ਗਿਆ ਇੰਡੀਅਨ ਗਵਰਨਮੈਂਟ ਦੇ ਦੁਆਰਾ। यूनियन मिनिस्टर फॉर MSME नारायण राणे, जो MSME के यूनियन मिनिस्टर ने नारायण राणे, उन्होंने अनाउंस किया है कि इस्टैबलिशमेंट MSME टैक्नोलॉजी सेंटर MSME का टैक्नोलॉजी सेंटर वो लॉन्च करेंगे कितने सिद्धू दुर्ग विच ये लॉन्च करेंगे, सिंधु दुर्ग विच ये लॉन्च करने की गल की गई है। अगे है BSES जमुना पावर लिमिटेड, ए सबसिडायरी ऑफ रिलायंस इंफ्रास्ट्रक्चर बैक्ड BESES हैज़ कमीशन इंडिया फर्स्ट स्मार्ट मैनेजिंग EV चार्जिंग स्टेशन। सो EV चार्जिंग स्टेशन कितने लॉन्च किया गया, न्यू दिल्ली में लॉन्च किया है। सो ऐसी सारिया सारिया इंपोर्टेंट न्यूज़ इंडिया के रिगार्डिंग एक बार फिर तो रिवाइज कर लें जल्दी। सब तो पहली गल सी इंडियन रेलवे ने की किया है, रैसलिंग अकैडमी खोली है कितने दिल्ली के विच। सो जी नारकोटिक्स कंट्रोल ब्यूरो है वो हैकथन नेम की उन्होंने डाकन 2022 हैकिंग के रिगार्डिंग एक नवा इनिशिएटिव लिया है, वो बारे गल की जा रही है। अगली हैगी है 2 डे ग्लोबल समिट बनाई जा रही है, री इमेजिनिंग म्यूजियम इन इंडिया कितने बनाया जा रहा है, हैदराबाद के विच। हू विल हैड द एपेक्स कमेटी और G20। कहते कि G20 की एपेक्स की जी होनी है साड़ी गलबात, जिथे कि PMG इसनों हैड करेंगे। सो अगली न्यूज़ हैगी है मिनिस्ट्री ऑफ एजुकेशन के नवी स्कीम जारी की जा रही है, न्यू इंडिया लिटरेसी प्रोग्राम कदों तो कदों इंप्लीमेंट होएगी 2022 लेके 2027 तक। न्यू इंडिया लिटरेसी प्रोग्राम के अंडर जोड़ा कि अडल्ट एजुकेशन है इसमें रिप्लेस कर दिता गया है एजुकेशन फॉर ऑल के नाल।
सो ਜਿਹੜੇ ਜੂਨੀਅਰ ਮਿਨਿਸਟਰ ਸਾਡੇ ਸਰਬਾਨੰਦ ਸੋਨੋਵਾਲ ਜੀ ਸਨ, ਉਹਨਾਂ ਨੇ ਕੀ ਕੀਤਾ, ਵਾਟਰ ਟੈਕਸੀ ਜਿਹੜੀ ਕਿ ਪਹਿਲਾਂ ਤੋਂ ਲਾਂਚ ਕੀਤੀ ਗਈ ਹੈ, ਉਹ ਕਿੱਥੇ ਦੀ ਗੱਲ ਕਰ ਰਹੇ ਹਾਂ, ਮੁੰਬਈ ਦੇ ਵਿੱਚ ਵਾਟਰ ਟੈਕਸੀ ਲਾਂਚ ਕੀਤੀ ਗਈ ਹੈ। ਸੋ WHO ਨੇ ਕੀ ਕੀਤਾ, ਕੁਆਇਟ ਤੰਬਾਕੂ ਐਪ ਲਾਂਚ ਕੀਤੀ ਹੈਗੀ ਹੈ। ਸੋ ਅਗਲੀ T49 ਟਨਲ ਦੀ ਗੱਲ ਕਰ ਰਹੇ ਨੇ, ਕਿੰਨੀ ਲੈਂਥ ਹੈਗੀ ਹੈ ਇਹਦੀ, 12.758 ਕਿਲੋਮੀਟਰ ਇਹਦੀ ਲੈਂਥ ਹੈਗੀ ਹੈ। ਸੋ ਅਗਲੀ ਨਿਊਜ਼ ਹੈਗੀ 11th ਨੰਬਰ ਦੀ, ਪ੍ਰੈਜ਼ੀਡੈਂਟ ਫਰੀਡ ਰਿਵਿਊ 12th एडिशन मनाया जा रहा है आज़ादी के अमृत महोत्सव के अंडर। सो ये कितने रिप्लेस किया गया है, कितने कंडक्ट करवाई गई है, विशाखापट्टनम दे विच। सेबी दे रिगार्डिंग गल करें, इसने कौन चेयरमैनशिप कर रहा है, एन नारायण मूर्ति जी। और IIPS इंटरनेशनल इंस्टीट्यूट फॉर पॉपुलेशन साइंस ये कितने लोकेटेड हैगी है, ये मुंबई दे विच लोकेटेड हैगी है। अगे हील बाय इंडिया एक चिंतन शिविर एक किहड़ी ऑर्गेनाइजेशन ਨੂੰ ਲਾਂਚ ਕੀਤਾ ਹੈ, ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਨੇ ਇਸ ਨੂੰ ਲਾਂਚ ਕੀਤਾ ਹੈ। ਦਿੱਲੀ ਖੁਜਰਾਓ ਦਿੱਲੀ ਰੂਟ ਵਿੱਚ ਕਿਹੜੇ ਜੈਟ ਦੀ ਗੱਲ ਕਰ ਰਹੇ ਨੇ, ਸਪਾਈਸ ਜੈਟ ਲਾਂਚ ਕੀਤਾ ਗਿਆ ਉਡਾਨ 3.0 ਦੇ ਅੰਡਰ। ਗੋਵਰਧਨ ਬਾਇਓ CNG ਪਲਾਂਟ ਕਿੱਥੇ ਲਗਾਇਆ ਜਾ ਰਿਹਾ ਹੈ, ਇੰਦੌਰ ਦੇ ਵਿੱਚ ਲਗਾਇਆ ਜਾ ਰਿਹਾ ਹੈ। ਮੇਰੀ ਪੋਲਿਸੀ ਮੇਰੇ ਹੱਥ ਸਕੀਮ ਦੇ ਵਿੱਚ ਇਹ ਕਿਹਦੇ ਅੰਦਰ ਆਉਂਦੀ ਹੈ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਅੰਡਰ ਇਹ ਆਉਂਦੀ ਹੈਗੀ ਹੈ। ਫੈਬਰਰੀ 2022 ਦੀ ਗੱਲ ਕਰ ਰਹੇ ਹਾਂ ਕਿ ਇੰਡੀਆ ਨੇ ਇਕੋਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਸਾਈਨ ਕੀਤਾ ਹੈ ਕਿਹਦੇ ਨਾਲ, UAE ਦੇ ਨਾਲ। ਅੱਗੇ ਰੂਸ਼ਾ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਜਿਹੜਾ ਕੰਟੀਨਿਊਸ਼ਨ ਇਹਦੀ ਕੀਤੀ ਜਾ ਰਹੀ ਹੈ ਸਕੀਮ ਦੀ ਕਦੋਂ ਤੱਕ, 2026 ਤੱਕ। ਇੰਡੀਆ ਦੀ ਬਾਇਓ ਸੇਫਟੀ ਲੈਵਲ 3 ਕੰਟੇਨਮੈਂਟ ਮੋਬਾਈਲ ਲੈਬੋਰੇਟਰੀ ਲਾਂਚ ਕੀਤੀ ਗਈ ਹੈ, ਪਲੇਸ ਹੈਗੀ ਹੈ ਨਿਸ਼ੰਕ ਮਹਾਰਾਸ਼ਟਰ ਦੇ ਵਿੱਚ। ਹੂ ਹੈਜ਼ ਕਮ ਸਿਗਨੇਚਰ ਟਿਊਨ ਕਿੰਨੇ ਬਣਾਈ ਹੈ ਬੰਦੇ ਮਾਤਰਮ ਦੀ, ਉਹਦਾ ਨਾਮ ਹੈਗਾ ਰਿੱਕੀ ਕੇਜ ਐਂਡ ਵਿਕਰਮ ਘੋਸ਼ ਦੁਆਰਾ ਬਣਾਈ ਗਈ ਹੈ। ਅਗਲੀ ਕਿਸਾਨ ਡਰੋਨ ਯਾਤਰਾ ਇਹ ਵਰਚੁਅਲੀ ਲਾਂਚ ਕੀਤੀ ਗਈ PM ਮੋਦੀ ਦੁਆਰਾ, ਪਲੇਸ ਹੈਗਾ ਮਨੀਸਰ ਪਲੇਸ ਹੈਗਾ। ਮਿਨਿਸਟਰ ਆਫ ਐਜੂਕੇਸ਼ਨ ਦੇ ਵਿੱਚ ਜਿਹੜੀ ਸਕੀਮ ਸੀ ਸਕੋਲਰਸ਼ਿਪ ਪ੍ਰੋਵਾਈਡ ਕਰਨ ਵਾਲੀ NMMSS ਮੀਨਸ ਨੈਸ਼ਨਲ ਮੀਨਸ ਕਮ ਮੈਰਿਟ ਸਕੋਲਰਸ਼ਿਪ ਸਕੀਮ, ਇਹ ਕਿੰਨੇ ਟਾਈਮ ਪੀਰੀਅਡ ਲਈ ਲਾਂਚ ਕੀਤੀ ਗਈ ਹੈ, 2025 ਤੋਂ ਲੈ ਕੇ 26 ਵਿੱਚ। ਅੱਗੇ ਗੱਲ ਆ ਰਹੀ ਹੈ ਕਿ यूनियन मिनिस्टर फॉर पोर्ट शिपिंग एंड वाटरवेज आयुष सोनोवाल जे सबरमल इनोग्रेट किया उन्होंने निक्षर साधन और ਇਹਦਾ म्यूजियम कितने बनाया गया, विशाखापट्टनम ਦੇ ਵਿੱਚ। MU साइन किया है इंस्टीट्यूट ऑफ अर्बन अफेयर टू इंप्लीमेंट सस्टेनेबल सिटीज इंडिया प्रोग्राम ਕਿਹਦੇ ਨਾਲ, वर्ल्ड इकोनॉमिक फोरम ਦੇ ਨਾਲ। इंटरनेशनल बिजनेस मशीन क्रॉप IBM ਇਹਨਾਂ ਨੇ ਕੀ ਕੀਤਾ, ਸਾਈਬਰ ਸਿਕਿਉਰਿਟੀ ਹੱਬ ਲਾਂਚ ਕੀਤਾ ਹੈ ਕਿੱਥੇ, ਬੈਂਗਲੌਰ ਦੇ ਵਿੱਚ। इंडियन रेलवे ने की किया है फोटोवोल्टिक प्लांट लॉन्च किया है, फर्स्ट होल्डर है और कितने किया गया, बिना मध्य प्रदेश के विच। अगे ऐप लॉन्च की है ओम्बुदा पर्सनस और एक स्कीम के अंडर आता है, मनरेगा स्कीम के अंडर आता है। इंडिया की रैंकिंग दसनी है, इंटरनेशनल इंटैक्चुअल प्रॉपर्टी इंडैक्स 2022 के किन्ने नंबर पर इंडिया आता है, 43 नंबर पर इंडिया आता है। सो यहो जे साडे एयरपोर्ट की गल करनी है जिहड़ा कि फुली सोलर एनर्जी पर चलता है। सो उस एयरपोर्ट का नाम है कोचीन इंटरनेशनल एयरपोर्ट। अगे बशवा संगम मोबाइल ऐप लॉन्च की गई है, डेली यूज से सानू लैंग्वेजिस कितनी लैंग्वेजिस कवर करेगा, 22 लैंग्वेजिस के विच कवर करता होएगी ये ऐप। अगे ऑपरेशन गंगा यहो जिहा ऑपरेशन सी जिहदे विच की सी रशिया यूक्रेन वॉर दे विच इंडियंस नूं उत्थों इवैक्यूएट करके लिआंदा गया। यूनियन मिनिस्टर MSME ने की किया है कि MSME का टैक्नोलॉजी सेंटर खोलिया जाएगा कितने, सिंधु डर्क दे विच। ब्यास चौमुना पावर लिमिटेड दे विच उन्होंने कहा कि न्यू दिल्ली दे विच असीं EV चार्जिंग स्टेशन लगाए जाएंगे। अगे इंपोर्टेंट न्यूज़ आती हैं स्टेट के रिगार्डिंग, स्टेट विच किहड़ी स्कीम लॉन्च हुई है रिगार्डिंग असीं गल करांगे। अगे पहली न्यूज़ हैगी मारू महोत्सव इज सैलीब्रेटेड इन विच स्टेट। मारू महोत्सव 2 M आ गए ना, मतलब कि आंसर विच भी M जरूरी है, दैट इज मध्य प्रदेश। कंसीडर टू बी सैकेंड लार्जेस्ट फेयर इन इंडिया, इंडिया के दूजे नंबर पर सब तो वड्डा फेयर लग रहा है, मेला लग रहा है, जिहदा नाम है दी मैडरम जात्रा इज ऑर्गेनाइज इन विच स्टेट, कितने लग रहा है, फॉर दैट मिनिस्ट्री ऑफ ट्राइबल फेयर इसनों की कर रही है, ऑर्गेनाइज कर रही है, कितने लग रहा है, तेलंगाना दे विच लग रहा है। अगे इंडियन गवर्नमेंट ने MU साइन किया है विद OX ग्लोबल ग्रुप लिमिटेड फॉर होलिस्टिक डिवेलपमेंट ऑफ इंफॉर्मेशन टैक्नोलॉजी एंड IT इनेबल सर्विस के विच किहड़ी स्टेट विच लॉन्च किया गया है MU, जो गुजरात स्टेट वाले ने MU साइन किया है विद OX ग्लोबल ग्रुप के नाल। अगे सिडबी की न्यूज़ आ गई है कि सिडबी ने लॉन्च किया है वेस्ट टू वैल्थ क्रिएशन प्रोग्राम वूमेंस के रिगार्डिंग, कितने लॉन्च किया गया है, वेस्ट बंगाल के विच। अगर तो नहीं याद होंदा तो WW तो याद रख लो, वेस्ट W आया है, वैल्थ विच W है तो आंसर विच ही वेस्ट बंगाल विच भी W जरूर आएगा।
ਅੱਗੇ ਫਰਵਰੀ 2022 ਦੇ ਵਿੱਚ ਸਿਡਬੀ ਦੀ ਗੱਲ ਕੀਤੀ ਹੈ, ਉਹਨਾਂ ਨੇ MU ਸਾਈਨ ਕੀਤਾ ਕਿਹੜੀ ਸਟੇਟ ਗਵਰਨਮੈਂਟ ਨਾਲ, ਜਿਹਦੇ ਵਿੱਚ ਕੀ ਕਰਨਗੇ, MSME ਸੈਕਟਰ ਨੂੰ ਪ੍ਰਮੋਟ ਕਰਨਗੇ। ਇਹਨਾਂ ਨੇ ਇਹ ਬਿਹਾਰ ਦੇ ਨਾਲ ਇਸ ਸਕੀਮ ਨੂੰ ਲਾਂਚ ਕੀਤਾ ਹੈ। ਔਰ ਅੱਗੇ ਆ ਗਈ ਸਾਡੀ ਗੱਲ ਕਿ ਉਸ ਸਟੇਟ ਦਾ ਨਾਮ ਦੱਸੋ ਜਿਸ ਨੇ ਕੀ ਕੀਤਾ, ਮੋਟਰ ਰੇਸਿੰਗ ਟਰੈਕ। ਸੂਨ ਗੈਟ ਮੋਟਰ ਰੇਸਿੰਗ ਟਰੈਕ ਉਹ ਉੱਥੇ ਮਨਾਇਆ ਜਾਏਗਾ ਔਰ ਮਿਜ਼ੋਰਮ ਦੇ ਵਿੱਚ ਬਣਾਇਆ ਗਿਆ, ਵਿਚ ਵਿਲ ਬੀ ਦੀ ਫਸਟ ਆਫ ਕਾਈਂਡ ਇਨ ਈਸਟਰਨ ਨੌਰਥ ਈਸਟਰਨ ਇੰਡੀਆ ਵਿੱਚ ਪਹਿਲੀ ਵਾਰੀ ਇਹੋ ਜਿਹਾ ਕੰਮ ਕੋਈ ਕੀਤਾ ਜਾਏਗਾ। ਵਿਚ ਸਟੇਟ ਗਵਰਨਮੈਂਟ ਹੈਜ਼ ਅਨਾਊਂਸਡ ਨਿਊ ਬਾਇਓਟੈਕਨੋਲੋਜੀ ਪੋਲਿਸੀ ਫॉर द ईयर 2022-23। 2022 ਤੋਂ ਲੈ ਕੇ 27 ਤੱਕ ਇੱਕ ਨਵੀਂ ਬਾਇਓਟੈਕਨੋਲੋਜੀ ਪੋਲਿਸੀ ਲਾਂਚ ਕੀਤੀ ਜਾਏਗੀ। ਅਚੀਵ ਕਰੀਏ ਅਸੀਂ ਆਤਮ ਨਿਰਭਰ ਭਾਰਤ PM ਮੋਦੀ ਜੀ ਦੁਆਰਾ। ਔਰ ਕਿਹੜੀ ਸਟੇਟ ਦੀ ਗੱਲ ਹੋ ਰਹੀ ਹੈ, ਗੁਜਰਾਤ ਸਟੇਟ ਦੀ ਗੱਲ ਕੀਤੀ ਜਾ ਰਹੀ ਹੈ। ਦਿਸ ਈਅਰ ਵਿਚ ਐਡੀਸ਼ਨ ਆਫ ਖੁਜਰਾਓ ਡਾਂਸ ਫੈਸਟੀਵਲ ਵਾਸ ਇਨੋਗ੍ਰੇਟਡ ਇਨ ਮੱਧ ਪ੍ਰਦੇਸ਼। ਪਹਿਲੀ ਗੱਲ ਤੇ ਖੁਜਰਾਹੋ ਡਾਂਸ ਫੈਸਟੀਵਲ ਕਿੱਥੇ ਮਨਾਇਆ ਜਾਂਦਾ ਹੈ, ਮੱਧ ਪ੍ਰਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ। ਗਵਰਨਰ ਕੌਣ ਸਨ ਇੱਥੋਂ ਦੇ, ਮੰਗੂ ਭਾਈ ਪਟੇਲ ਜੀ ਗਵਰਨਰ ਸਨ। ਤੇ ਇਹ ਇਸ ਸਾਲ 2022 ਦੇ ਵਿੱਚ ਕਿੰਨਵਾਂ ਐਡੀਸ਼ਨ ਚੱਲ ਰਿਹਾ ਹੈ, 48ਵਾਂ ਐਡੀਸ਼ਨ ਚੱਲ ਰਿਹਾ ਹੈ। Which state police force has become the first police force in country to introduce smart card arm license? Smart card arm license ਕਿੱਥੇ ਲਾਂਚ ਕੀਤੇ ਜਾ ਰਹੇ ਨੇ, ਇਹ ਦਿੱਲੀ ਦੇ ਵਿੱਚ ਲਾਂਚ ਕੀਤੇ ਜਾ ਰਹੇ ਨੇ। ਅਗਲੀ ਨਿਊਜ਼ ਆਉਂਦੀ ਹੈ ਕਿ ਉਸ ਪ੍ਰੋਜੈਕਟ ਦਾ ਨਾਮ ਦੱਸਣਾ, ਜਿਹੜਾ ਹੈਗਾ ਰਿਵਾਰਡ ਉਹਦਾ ਨਾਮ ਹੈਗਾ। ਵਰਲਡ ਬੈਂਕ ਨੇ ਕੀ ਕੀਤਾ, ਰਿਸੈਂਟਲੀ ਅਪਰੂਵ ਕੀਤਾ, ਜਿਹਦੇ ਵਿੱਚ ਕਿ $115 ਮਿਲੀਅਨ ਦਾ ਲੋਨ ਮਿਲੇਗਾ ਸਟੇਟ ਗਵਰਨਮੈਂਟ ਆਫ ਕਰਨਾਟਕਾ ਤੇ ਉੜੀਸਾ ਨੂੰ। So, which state government has launched the India's first night navigation mobile application? ਇੰਡੀਆ ਦੀ ਸਾਡੀ ਪਹਿਲੀ ਨੰਬਰ ਤੇ ਨਾਈਟ ਦੇ ਟਾਈਮ ਤੇ ਨੈਵੀਗੇਸ਼ਨ ਮੋਬਾਈਲ ਐਪਲੀਕੇਸ਼ਨ ਹੈਗੀ, ਜਿਹਦਾ ਨਾਮ ਹੈਗਾ, ਕਿੱਥੇ ਲਾਂਚ ਕੀਤੀ ਗਈ ਹੈ, ਅਸਾਮ ਦੇ ਵਿੱਚ ਲਾਂਚ ਕੀਤੀ ਗਈ ਹੈ। ਵਿਚ ਆਫ the following has been described and ਡੋਡਾ ਬ੍ਰਾਂਡ ਪ੍ਰੋਡਕਟ ਔਰ ਡਿਜ਼ਾਈਨ ਕਿਸ ਦੁਆਰਾ ਕੀਤਾ ਗਿਆ ਹੈਗਾ, ਇਹ ਲਾਵੈਂਡਰ ਦੁਆਰਾ ਡਿਜ਼ਾਈਨ ਕੀਤਾ ਗਿਆ ਹੈਗਾ। ਅੱਗੇ ਕੇਰਲਾ ਸਟਾਰਟਅਪ ਮਿਊਜ਼ੀਅਮ ਜਿਹੜਾ ਕਿ ਲਾਂਚ ਕੀਤਾ ਹੈ, ਕਿਸ ਚੀਜ਼ ਦੇ ਨਾਲ ਕੋਲੈਬੋਰੇਸ਼ਨ ਦੇ ਨਾਲ ਇਹ ਲਾਂਚ ਕੀਤਾ ਗਿਆ ਹੈ, ਗੂਗਲ ਦੇ ਨਾਲ ਕੋਲੈਬੋਰੇਸ਼ਨ ਕੀਤੀ ਹੈ ਕਿ ਸਟਾਰਟਅਪ ਦਿੱਤਾ ਜਾਏਗਾ। ਸੋ ਇਹ ਲਾਂਚ ਕੀਤਾ ਗਿਆ ਹੈ। ਵਿਚ ਸਟੇਟ ਗਵਰਨਮੈਂਟ ਹੈਜ਼ ਅਨਾਊਂਸਡ ਏ 4-year ਮੈਂਟਰਸ਼ਿਪ ਪ੍ਰੋਗਰਾਮ। 4 ਸਾਲ ਦਾ ਮੈਂਟਰਸ਼ਿਪ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ ਜਿਹਨੂੰ ਅਸੀਂ ਹੋਰ ਕੀ ਕਹਿੰਦੇ ਹਾਂ, ਪ੍ਰੋਜੈਕਟ ਅਰੋਹਨ ਹੈਗਾ, ਵਿਚ ਵਿਲ ਪ੍ਰੋਵਾਈਡ ਗਾਈਡੈਂਸ ਟੂ ਸਟੂਡੈਂਟਸ ਐਂਡ ਹੋਮ ਐਂਡ ਹੋਨ ਦੇਅਰ ਸਕਿੱਲਸ। ਅਗਰ ਸਟੂਡੈਂਟਸ ਦੇ ਰਿਗਾਰਡਿੰਗ ਇਹ ਪੋਰਟਲ ਲਾਂਚ ਕੀਤਾ ਗਿਆ, ਕਿੱਥੇ ਦੀ ਗੱਲ ਹੋ ਰਹੀ ਹੈ, ਅਸਾਮ ਦੀ ਗੱਲ ਹੋ ਰਹੀ ਹੈ। ਅੱਗੇ ਸਪੋਰਟਸ ਨਿਊਜ਼ ਆ ਗਈਆਂ। ਸਪੋਰਟਸ ਨਿਊਜ਼ ਦੇ ਵਿੱਚ ਦੇਖਾਂਗੇ ਅਸੀਂ, ਵਿਚ ਟੀਮ ਹੈਜ਼ ਵਨ ਦੀ ਵੂਮਨ ਟਾਈਟਲ, ਕਿਸ ਨੇ ਵੂਮਨ ਟਾਈਟਲ ਜਿੱਤਿਆ ਹੈਗਾ ਇਨ ਦੀ ਨੈਸ਼ਨਲ ਸੀਨੀਅਰ ਵੋਲੀਬਲ ਚੈਂਪੀਅਨਸ਼ਿਪ ਦੇ ਵਿੱਚ ਕਿੱਥੋਂ ਦੀ ਸਟੇਟ ਆਈ ਹੈ ਨੰਬਰ 1 ਤੇ, ਦੈਟ ਇਜ਼ ਕੇਰਲਾ ਦੀ ਸਟੇਟ ਆਈ ਹੈਗੀ ਹੈ ਵੂਮੈਨਸ ਦੇ ਰਿਗਾਰਡਿੰਗ। ਵਿਚ ਫੁੱਟਬਾਲ ਕਲੱਬ ਹੈਜ਼ ਵਨ ਦੇਅਰ ਫਸਟ FIFA ਕਲੱਬ ਵਰਲਡ ਕੱਪ 2022 ਦਾ। ਉਸ ਫੁੱਟਬਾਲ ਕੱਪ ਦਾ ਅਸੀਂ ਨਾਮ ਦੱਸਣਾ ਹੈਗਾ ਜਿਹਨੇ ਕਿ FIFA ਵਰਲਡ ਕੱਪ 2022 ਦੇ ਵਿੱਚ ਜਿੱਤਿਆ ਹੈ, ਜਿਹਦੇ ਵਿੱਚ ਡਿਫੀਟ ਕੀਤਾ ਬ੍ਰਾਜ਼ੀਲ ਪੈਰਾਗੁਏ ਐਕਸਟਰਾ ਟਾਈਮ ਇਨ ਦੀ ਫਾਈਨਲ ਅਬੂ ਧਾਬੀ ਦੇ ਵਿੱਚ, ਦੈਟ ਇਜ਼ ਉਸ ਫੁੱਟਬਾਲ ਕਲੱਬ ਦਾ ਨਾਮ ਹੈਗਾ, ਦੈਟ ਇਜ਼ ਚੈਲਸੀਆ। ਅੱਗੇ ਸੋ ਇੰਡੀਅਨ ਸਿਟੀ ਵਿਲ ਹੋਸਟ ਦੀ 2023 ਦੀ ਇੰਟਰਨੈਸ਼ਨਲ ਓਲੰਪਿਕ ਕਮੇਟੀ ਸੈਸ਼ਨ। 2023 ਦਾ ਇੰਟਰਨੈਸ਼ਨਲ ਓਲੰਪਿਕ ਕਮੇਟੀ ਦਾ ਸੈਸ਼ਨ ਕੌਣ ਹੋਸਟ ਕਰੇਗਾ, ਮੁੰਬਈ ਹੋਸਟ ਕਰੇਗਾ। ਅੱਗੇ ਸਾਕਿਬ ਅਲ ਹਸਾਨੀ ਕਿੱਥੋਂ ਬਿਲੋਂਗ ਕਰਦੇ ਨੇ, ਬਿਹਾਰ ਤੋਂ ਬਿਲੋਂਗ ਕਰਦੇ, ਜਿਨ੍ਹਾਂ ਨੇ ਕੀ ਕੀਤਾ ਹੈ, ਫਸਟ ਪਲੇਅਰ ਨੇ ਹਿਸਟਰੀ ਆਫ ਕ੍ਰਿਕਟ ਜਿਨ੍ਹਾਂ ਨੇ ਸਕੋਰ ਕੀਤਾ ਟ੍ਰਿਪਲ ਸੈਂਚੁਰੀ ਸਕੋਰ ਕੀਤੀ ਹੈਗੀ, ਨਾਮ ਹੈਗਾ ਸਾਕਿਬ ਅਲ ਹਸਾਨੀ। ਔਰ ਅਗਰ ਅੱਗੇ ਗੱਲ ਆਉਂਦੀ ਹੈ ਕਿ ਇੰਡੀਅਨ ਟੈਨਿਸ ਸਟਾਰ ਮਨੀਕਾ ਬੱਤਰਾ, ਇਹ ਕਿ ਟੈਨਿਸ ਸਟਾਰ ਨੇ ਔਰ ਇਹਨਾਂ ਨੇ ਕਿਹੜੇ ਬ੍ਰਾਂਡ ਅੰਬੈਸਡਰ ਬਣੇ ਨੇ, ਕਿਸ ਚੀਜ਼ ਦੇ, ਜਿੱਥੇ ਇਹਨਾਂ ਨੇ ਸਪੋਰਟਸ ਵੇਅਰ ਬ੍ਰਾਂਡ ਰਿਸੈਂਟਲੀ ਲਾਂਚ ਕੀਤਾ ਆਦੀਦਾਸ ਦੇ ਨਾਲ ਰਿਲੇਟਡ ਨੇ। ਵਿਚ ਕੰਟਰੀ ਬੈਗ ਦੀ ਮੈਕਸੀਮਮ ਨੰਬਰ ਆਫ ਮੈਡਲਸ ਐਟ ਦੀ, ਕਹਿੰਦੇ ਕਿ ਸਭ ਤੋਂ ਵੱਧ ਉਹਨੇ ਮੈਡਲਸ ਇਕੱਠੇ ਕੀਤੇ ਨੇ 2022 ਦੀ ਵਿੰਟਰ ਓਲੰਪਿਕ ਗੇਮਸ ਦੇ ਵਿੱਚ, ਉਹਦਾ ਨਾਮ ਹੈਗਾ ਕੰਟਰੀ ਦਾ ਨੋਰਵੇ। 2026 ਵਿੱਚ ਵਿੰਟਰ ਓਲੰਪਿਕ ਗੇਮਸ ਕੌਣ ਹੋਸਟ ਕਰ ਰਿਹਾ ਹੈ, 2026 ਦੇ ਵਿੱਚ ਵਿੰਟਰ ਓਲੰਪਿਕ ਗੇਮਸ ਇਟਲੀ ਹੋਸਟ ਕਰ ਰਿਹਾ ਹੈ। ਅੱਗੇ ਉਸ ਇੰਡੀਅਨ ਗ੍ਰੈਂਡ ਮਾਸਟਰ ਦਾ ਨਾਮ ਦੱਸੋ, ਨਾਮ ਹੈਗਾ ਆਰ ਪ੍ਰਗਨੰਦਾ, ਜਿਹਨੇ ਡਿਫੀਟ ਕੀਤਾ ਵਰਲਡ ਚੈਂਪੀਅਨ ਮੈਗਨਸ ਚਾਰਲਸਨ ਨੂੰ, ਇਹਨੇ ਡਿਫੀਟ ਕੀਤਾ ਹੈਗਾ। ਸੋ ਨੇਮ ਦੀ ਇੰਡੀਅਨ ਵੂਮਨ ਵੇਟ ਲਿਫਟਰ, ਜਿਹੜੀ ਇੰਡੀਅਨ ਵੂਮਨ ਵੇਟ ਲਿਫਟਰ ਹੈ ਉਹਦਾ ਨਾਮ ਦੱਸਣਾ, ਜਿਹਦਾ ਨਾਮ ਹੈ ਮੀਰਾਬਾਈ ਚਾਨੂ, ਜਿਹਨੇ ਗੋਲਡ ਮੈਡਲ ਜਿੱਤਿਆ ਹੈ ਸਿੰਗਾਪੁਰ ਇੰਟਰਨੈਸ਼ਨਲ ਵੇਟ ਲਿਫਟਿੰਗ ਪ੍ਰੋਗਰਾਮ ਦੇ ਵਿੱਚ। ਟਾਨ ਕਿਮ ਹਰ ਬਿਲੋਂਗਸ ਟੂ ਵਿਚ ਕੰਟਰੀ, ਟਾਨ ਕਿਮ ਹਮ ਕਿਹੜੀ ਕੰਟਰੀ ਨੂੰ ਬਿਲੋਂਗ ਕਰਦੇ ਨੇ, ਮਲੇਸ਼ੀਆ ਨੂੰ ਬਿਲੋਂਗ ਕਰਦੇ ਨੇ, ਜਿਹੜੇ ਅਪੋਇੰਟ ਹੋਏ ਐਜ਼ ਦੀ ਇੰਡੀਆ ਡਬਲਸ ਕੋਚਿੰਗ ਇਨ ਬੈਡਮਿੰਟਨ ਟਿਲ ਏਸ਼ੀਆ ਗੇਮਸ ਇਨ 2026। ਨੇਮ ਦੀ ਇੰਡੀਅਨ ਬਾਕਸਰ ਦਾ ਨਾਮ ਦੱਸਣਾ ਹੈ ਜਿਹਨੇ ਕਿ ਗੋਲਡ ਜਿੱਤਿਆ ਹੈਗਾ
52 kg ਕੈਟਾਗਰੀ ਦੇ ਵਿੱਚ 73rd ਸਟੈਂਡ ਜੀ ਮੈਮੋਰੀਅਲ ਟੂਰਨਾਮੈਂਟ ਇਨ ਸੋਫੀਆ ਦੇ ਵਿੱਚ ਉਹਦਾ ਨਾਮ ਹੈਗਾ ਨਿਖਤ ਜਾਰੀਨ who became the first Indian to win a silver in an individual section of para ਵਰਲਡ ਚੈਂਪੀਅਨਸ਼ਿਪ ਦੇ ਵਿੱਚ ਕਿੰਨੇ ਇੰਡੀਅਨ ਨੇ ਜਿੱਤਿਆ ਪੂਜਾ ਜਤਿਆਨ ਉਹਦਾ ਨਾਮ ਹੈਗਾ ਅੱਗੇ ਕਿੰਨੇ ਜਿੱਤਿਆ ਹੈਗਾ ਮੈਕਸੀਕਨ ਓਪਨ ਟੈਨਿਸ ਟੂਰਨਾਮੈਂਟ 2022 ਦਾ ਦੈਟ ਇਜ਼ ਰਾਫੇਲ ਨਾਡਲ ਜੀ ਨੇ ਜਿੱਤਿਆ ਹੈਗਾ ਸਾਦੀਆ ਤਾਰਿਕੀ ਐਸੋਸੀਏਟਡ ਵਿੱਚ ਸਪੋਰਟ ਕਿਹੜੀ ਸਪੋਰਟ ਨੂੰ ਬਿਲੋਂਗ ਕਰਦੇ ਨੇ ਵਸ਼ੂ ਸਪੋਰਟ ਨੂੰ ਬਿਲੋਂਗ ਕਰਦੇ ਨੇ ਅੱਗੇ ਬੁੱਕਸ ਐਂਡ ਆਥਰਸ ਅੱਗੇ ਇਹ ਬੁੱਕ ਕਿਹਨੇ ਲਿਖੀ ਹੈ ਇਹਦੇ ਰਿਗਾਰਡਿੰਗ ਅਸੀਂ ਗੱਲ ਕਰਾਂਗੇ ਬੁੱਕ ਦਾ ਨਾਮ ਹੈਗਾ ਹਾਊ ਟੂ ਪ੍ਰੀਵੈਂਟ ਦੀ ਨੈਕਸਟ ਪੈਂਡੇਮਿਕ ਅਗਲੀ ਜਿਹੜੀ ਪੈਂਡੇਮਿਕ ਆਏਗੀ ਅਸੀਂ ਉਹਨੂੰ ਕਿੱਦਾਂ ਪ੍ਰੀਵੈਂਟ ਕਰਾਂਗੇ ਇਹ ਬੁੱਕ ਕਿਹਨੇ ਲਿਖੀ ਹੈਗੀ ਵਿਲ ਗੇਟਸ ਨੇ ਬੁੱਕ ਲਿਖੀ ਹੈਗੀ ਹੈ ਬੁੱਕ ਦਾ ਨਾਮ ਹੈਗਾ ਡਿਗਨਿਟੀ ਇਨ ਏ ਡਿਜੀਟਲ ਏਜ ਮੇਕਿੰਗ ਟੈਕ ਵਰਕ ਫॉर ऑल ऑफ ਅਸ ਇਹ ਬੁੱਕ ਕਿਹਨੇ ਲਿਖੀ ਹੈ ਆਰੋ ਖੰਨਾ ਨੇ ਇਹ ਬੁੱਕ ਲਿਖੀ ਹੈਗੀ ਹੈ ਅੱਗੇ ਬੁੱਕ ਦਾ ਨਾਮ ਹੈਗਾ ਹਿਊਮੇਨ ਹਾਊ ਦੀ ਯੂਨਾਈਟਿਡ ਸਟੇਟਸ ਅਬੈਂਡਨ ਪੀਸ ਐਂਡ ਰੀਇਨਵੈਂਟਡ ਵਾਰ ਕਹਿੰਦੇ ਕਿ ਇਹ ਬੁੱਕ ਕਿਹਨੇ ਲਿਖੀ ਹੈਗੀ ਹੈ ਸਮਿਊਲ ਮੋਇਨ ਨੇ ਇਹ ਬੁੱਕ ਲਿਖੀ ਹੈਗੀ ਹੈ ਅਗਲੀ ਬੁੱਕ ਦਾ ਨਾਮ ਹੈ ਏ ਨੇਸ਼ਨ ਟੂ ਪ੍ਰੋਟੈਕਟ ਇਹ ਨੇਸ਼ਨ ਟੂ ਪ੍ਰੋਟੈਕਟ ਬੁੱਕ ਕਿਹਨੇ ਲਿਖੀ ਹੈਗੀ ਪ੍ਰਿਆਮ ਗਾਂਧੀ ਮੋਦੀ ਜੀ ਨੇ ਬੁੱਕ ਲਿਖੀ ਹੈਗੀ ਹੈ ਹਿਸਟਰੀ ਆਫ ਸ਼੍ਰੀ ਨਿਕੇਤਨ ਰਵਿੰਦਰਨਾਥ ਟੈਗੋਰ ਪਾਇਓਨੀਅਰਿੰਗ ਵਰਕ ਇਨ ਰੂਰਲ ਕੰਸਟਰਕਸ਼ਨ ਉਮਾ ਦਾਸ ਗੁਪਤਾ ਨੇ ਬੁੱਕ ਲਿਖੀ ਹੈਗੀ ਹੈ ਅੱਗੇ ਦੀ ਫਾਊਂਡਰ ਦੀ ਸਟੋਰੀ ਆਫ ਪੇਪਲ ਦੀ ਇੰਟਰਪ੍ਰੀਨਰ ਹੂ ਸ਼ੇਪਡ ਸਿਲੀਕਨ ਵੈਲੀ ਇਹ ਬੁੱਕ ਕਿਹਨੇ ਲਿਖੀ ਹੈ ਜਿਮੀ ਸੋਨੀ ਨੇ ਬੁੱਕ ਲਿਖੀ ਹੈਗੀ ਹੈ ਅੱਗੇ ਵਰਡ ਨਿਊਜ਼ ਆ ਗਈਆਂ ਸਾਡੀਆਂ ਵਟ ਇਜ਼ ਥੀਮ ਆਫ ਐਨਰਜੀ ਐਂਡ ਰਿਸੋਰਸ ਇੰਸਟੀਟਿਊਟ ਤੇਰੀ ਦੀ ਥੀਮ ਦੱਸਣੀ ਹੈਗੀ ਹੈ ਵਰਲਡ ਸਸਟੇਨੇਬਲ ਡਿਵੈਲਪਮੈਂਟ ਸਮਿਟ 2022 ਦੇ ਵਿੱਚ ਟੂਵਰਡਸ ਏ ਰੈਲੀਜਨ ਪਲੈਨਟ ਇੰਸ਼ੋਰਿੰਗ ਸਸਟੇਨੇਬਲ ਐਂਡ ਇਕੁਇਟੇਬਲ ਫਿਊਚਰ ਇਹਦੀ ਥੀਮ ਹੈਗੀ ਹੈ ਵਿਚ ਕੰਟਰੀ ਹੋਸਟ ਦੀ ਪ੍ਰੈਜ਼ੀਡੈਂਸੀ ਆਫ G20 ਫਰੋਮ 1 ਦਸੰਬਰ ਟੂ 30 ਦਸੰਬਰ ਸਾਨੂੰ ਪਤਾ ਹੀ ਹੈ G20 ਨੂੰ ਕੌਣ ਹੋਸਟ ਕਰ ਰਿਹਾ 2023 ਦੇ ਵਿੱਚ ਇੰਡੀਆ In February 2022, India signed a letter of intent with which country towards bringing down the cost of renewable energy ਟੈਕਨੋਲੋਜੀ ਦੇ ਨਾਲ ਰਿਗਾਰਡਿੰਗ ਗੱਲ ਕੀਤੀ ਹੈ ਕਿਹਦੇ ਨਾਲ ਇੰਡੀਆ ਨੇ ਸਾਈਨ ਕੀਤਾ ਹੈਗਾ ਹੈ ਆਸਟ੍ਰੇਲੀਆ ਦੇ ਨਾਲ G20 ਸਮਿਟ 2022 ਦੀ ਮਤਲਬ ਪਿਛਲੇ ਇਸ ਸਾਲ ਦੀ 2023 ਦੀ ਹੋਏਗੀ ਇੰਡੀਆ ਦੇ ਵਿੱਚ G20 ਔਰ 2022 ਮਤਲਬ ਇਸ ਸਾਲ ਦੀ ਕਿੱਥੇ ਹੋ ਰਹੀ ਹੈ ਇੰਡੋਨੇਸ਼ੀਆ ਦੇ ਵਿੱਚ ਹੋ ਰਹੀ ਹੈ which country will be the first foreign country to adopt the India UPI system India UPI system ਪਹਿਲੀ ਕੰਟਰੀ ਕਿਹੜੀ ਹੈ ਜਿਹਨੇ ਅਡਾਪਟ ਕੀਤਾ ਹੈਗਾ that is Nepal for transforming the digital economy of the country In February 2022, Prime Minister Narendra Modi ji held a virtual summit with Sheikh Mohammed bin Zayed Al Nahyan, the Crown Prince of which country? ਇਹ ਪੂਰਾ ਨਾਮ ਹੈਗਾ ਕਿਸ ਕੰਟਰੀ ਦੇ ਕਰਾਊਨ ਪ੍ਰਿੰਸ ਨੇ ਇਹ UAE ਦੇ ਕਰਾਊਨ ਪ੍ਰਿੰਸ ਨੇ ਸੋ ਇਹਨਾਂ ਨਾਲ ਕੀ ਕੀਤਾ ਇਕਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਸਾਈਨ ਕੀਤਾ ਹੈਗਾ ਅੱਗੇ ਸਾਡੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਲੈਡ ਏ ਪਾਰਲੀਮੈਂਟਰੀ ਡੈਲੀਗੇਸ਼ਨ ਟੂ ਵਿਚ ਕੰਟਰੀ UAE ਦੇ ਨਾਲ ਇਹਨੇ ਗੱਲਬਾਤ ਹੋਈ ਹੈ According to annual frontier report released by the UN Environment Program, annual frontier report ਕਿਹਦੇ ਦੁਆਰਾ ਜਾਰੀ ਕੀਤੀ ਜਾਂਦੀ ਹੈ frontier report ਇਹ ਯੂਨਾਈਟਿਡ ਨੇਸ਼ਨ environment program ਦੇ ਰਿਗਾਰਡਿੰਗ ਕੀਤੀ ਜਾਂਦੀ ਹੈ ਕਿ ਸਭ ਤੋਂ ਵੱਧ ਇਫੈਕਟਡ ਰੀਜਨ ਡਿਊ ਟੂ ਵਾਈਲਡ ਫਾਈਟਸ ਮਤਲਬ ਕਿ ਅੱਗ ਲੱਗ ਜਾਂਦੀ ਹੈ ਜੋ ਉਹ ਕਿ ਸਭ ਤੋਂ ਵੱਧ ਕੌਣ ਇਫੈਕਟਡ ਹੈਗਾ ਅਫਰੀਕਾ Which airport continues to the world busiest airport by international passenger number by the 8th executive year ਕਹਿੰਦੇ 8 ਸਾਲਾਂ ਦਾ ਡਾਟਾ ਹੈਗਾ ਕਿ ਸਭ ਤੋਂ ਵੱਧ ਬਿਜ਼ੀ 에ਅਰਪੋਰਟ ਹੈਗਾ ਉਹਦਾ ਨਾਮ ਹੈਗਾ ਦੁਬਈ ਇੰਟਰਨੈਸ਼ਨਲ 에ਅਰਪੋਰਟ ਦੈਟ DXB Which country has successfully tested naval configuration of Iron Dome missile defense system CDOM so Iron Dome missile system ਇਹ ਕਿੱਥੋਂ ਦਾ ਹੈਗਾ ਇਜ਼ਰਾਈਲ ਦਾ ਹੈਗਾ ਉਹਨਾਂ ਨੇ ਟੈਸਟ ਫਾਇਰ ਕੀਤਾ ਹੈਗਾ In February 2022, which country India has signed roadmap on blue economy? Roadmap on blue economy ਦੇ regarding ਗੱਲ ਕੀਤੀ ਹੈ MU ਸਾਈਨ ਕੀਤਾ ਗਿਆ ਹੈ Ocean Governance Agreement ਦੇ regarding ਇਹ ਫਰਾਂਸ ਦੇ ਨਾਲ ਗੱਲਬਾਤ ਹੋਈ ਹੈ Which country and India has launched the second edition of Innovation Bridge? Second edition Innovation Bridge ਦਾ ਬਣਾਇਆ ਗਿਆ ਹੈ ਜਿਹੜਾ ਕਿ ਕ੍ਰੀਏਟ ਕਰੇਗਾ synergistic ecosystem in ਐਗਰੀਕਲਚਰ ਮੈਡਸਟੈਕ ਸੈਕਟਰ ਸੋ ਕਿਹੜੀ ਕੰਟਰੀ ਦੀ ਗੱਲ ਕਰ ਰਹੇ ਹਾਂ ਇਜ਼ਰਾਈਲ ਦੀ ਇਹ ਗੱਲ ਕਰ ਰਹੇ ਹਾਂ ਵਿਚ ਕੰਟਰੀ ਬਿਕੇਮ ਦੀ ਸੈਕਿੰਡ ਕੰਟਰੀ ਆਫਟਰ ਚਾਈਨਾ ਟੂ ਇੰਪਲੀਮੈਂਟ T+1 ਸਟੋਕ ਸੈਟਲਮੈਂਟ ਮੈਕੈਨਿਜ਼ਮ ਇਨ ਫਰੇਜ਼ਲ ਮੈਨਰ ਸੋ ਚਾਈਨਾ ਤੋਂ ਬਾਅਦ ਦੂਸਰੇ ਨੰਬਰ 'ਤੇ ਇੰਡੀਆ ਆਉਂਦੀ ਹੈ ਜਿਹਨੇ T+1 ਸਟੋਕ ਸੈਟਲਮੈਂਟ ਨੂੰ ਅਪਣਾਇਆ ਹੈਗਾ
which institution will establish its first branch in UAE as part of India UAE deal? So institute ਦਾ ਨਾਮ ਦੱਸਣਾ Indian Institute of Technology, that is IIT ਜਿਹੜੀ ਹੋਏਗੀ ਫਸਟ ਬ੍ਰਾਂਚ ਹੋਏਗੀ UAE ਦੇ ਵਿੱਚ, ਜਿਹੜੀ ਕਿ ਇੰਡੀਆ UAE ਦੀ ਟ੍ਰੇਡ ਡੀਲ ਦੇ ਰਿਗਾਰਡਿੰਗ ਗੱਲਬਾਤ ਕਰੇਗੀ। ਸੋ ਸਾਇੰਸ ਐਂਡ ਡਿਫੈਂਸ ਦੀ ਨਿਊਜ਼ ਆ ਗਈਆਂ ਅੱਗੇ ਸਾਡੀਆਂ। ਇਸਰੋ ਨੇ ਕੀ ਕੀਤਾ, ਸਕਸੈਸਫੁਲੀ ਲਾਂਚ ਕੀਤਾ ਹੈਗਾ ऑब्जर्वेशन सैटेलाइट, अर्थ ऑब्जर्वेशन सैटेलाइट ਜਿਹਦਾ ਨਾਮ ਹੈਗਾ EOS-4। COP South 22 is a joint tactical airlift exercise ਹੈਗੀ ਆ। COP South 22 ਇਹ joint airlift exercise ਹੈਗੀ ਹੈ ਟੂ 에ਅਰ ਫੋਰਸਿਸ ਦੀ। ਕਿਹੜੀਆਂ 에ਅਰ ਫੋਰਸਿਸ ਹੈਗੀਆਂ, USA ਤੇ ਬੰਗਲਾਦੇਸ਼ ਦੀਆਂ। ਸੋ ਏਸ਼ੀਆ ਦੀ ਲਾਰਜੈਸਟ ਡਿਫੈਂਸ ਐਗਜ਼ੀਬਿਸ਼ਨ ਡਿਫੈਂਸ ਐਕਸਪੋ 2022 ਦੀ, ਔਰ ਕਿੱਥੇ ਕੀਤੀ ਗਈ ਹੈ ਕੰਡਕਟ, ਕਿੱਥੇ ਹੋਈ ਹੈ, ਗਾਂਧੀ ਨਗਰ ਦੇ ਵਿੱਚ ਕੰਡਕਟ ਕੀਤੀ ਗਈ ਹੈ ਸਭ ਤੋਂ ਵੱਡੀ ਐਕਸਪੋ। ਔਰ ਵਿਚ ਫਾਈਟਰ ਏਅਰਕ੍ਰਾਫਟ ਹੈਜ਼ ਬੀਨ ਸ਼ੋਕੇਸਡ ਬਾਈ ਦੀ ਇੰਡੀਆ ਇਨ ਦੀ ਸਿੰਗਾਪੁਰ ਏਅਰ ਸ਼ੋ। ਸਿੰਗਾਪੁਰ 'ਚ ਜਿਹੜਾ ਏਅਰ ਸ਼ੋ ਹੋਇਆ ਸੀ ਉੱਥੇ ਸਾਡਾ ਕਿਹੜਾ ਫਾਈਟਰ ਗਿਆ ਸੀ, ਤੇਜਸ MK1 ਉੱਥੇ ਹੀ ਗਿਆ ਸੀ ਇਹ। ਇੰਡੀਅਨ ਏਅਰ ਫੋਰਸ ਹੈਜ਼ ਕੰਡਕਟਡ 6 ਐਕਸਰਸਾਈਜ਼ ਆਫ ਈਸਟਰਨ ਬ੍ਰਿਜ 6 ਈਸਟਰਨ ਬ੍ਰਿਜ 6 ਦੀ ਜਿਹੜੀ ਐਕਸਰਸਾਈਜ਼ ਜਿਹੜੀ ਲਾਂਚ ਕੀਤੀ ਹੈ ਇੰਡੀਆ ਨੇ ਕਿਹਦੇ ਨਾਲ ਕੀਤੀ ਹੈਗੀ ਹੈ, ਓਮਾਨ ਦੇ ਨਾਲ ਹੀ ਕੀਤੀ ਹੈਗੀ ਹੈ। ਅੱਗੇ ਮਲਟੀਨੈਸ਼ਨਲ ਐਕਸਰਸਾਈਜ਼ ਹੈਗੀ ਹੈ ਐਕਸਰਸਾਈਜ਼ ਕੋਬਰਾ ਵਾਰੀਅਰ 22 ਵਿੱਚ ਆਰਗੇਨਾਈਜ਼ ਬਾਈ ਵਿਚ ਕੰਟਰੀ। ਸੋ ਆਰਗੇਨਾਈਜ਼ ਇਹ ਕਿੰਨੇ ਕੀਤੀ ਹੈ, ਇੰਗਲੈਂਡ ਨੇ ਕੀਤੀ ਹੈਗੀ ਹੈ। ਏਅਰ ਫੋਰਸ ਵਿਚ ਵਿਲ ਪਾਰਟੀਸਪੇਟ ਵਿਦ ਦ ਫਲੀਟ ਆਫ 5 ਤੇਜਸ ਲਾਈਟ ਕੰਪੈਕਟ ਏਅਰਕ੍ਰਾਫਟ ਕੀ ਕਰਨਗੇ, ਇਹ 'ਚ ਪਾਰਟੀਸਪੇਟ ਕਰਨਗੇ। ਦੀ ਅੰਡਰਸੀ ਸਬਮਰੀਨ ਵਹੀਕਲ, ਜੋ ਅੰਡਰਸੀ ਸਬਮਰੀਨ ਵਹੀਕਲ ਜਿਹਦਾ ਨਾਮ ਹੈਗਾ ਮਤਸਿਆ 600 is capable of taking how many person to depth of 600 meter that will ready to for its launch in 2024 for ਸਮੁੰਦਰਯਾਨ ਮਿਸ਼ਨ। ਸੋ ਕਿੰਨੇ ਬੰਦੇ ਲੈ ਜਾ ਸਕਦਾ ਹੈ ਮਤਸਿਆ ਆਪਣੇ ਨਾਲ, 3 ਬੰਦੇ ਲੈ ਜਾ ਸਕਦਾ ਹੈ। ਇਹ ਟੀਮ joint team of scientists from DRDO and IIT successfully demonstrate quantum key distribution link between Prayagraj and Vindhyachal in UP, a distance of more than 100 kilometers। IIT ਦਿੱਲੀ ਦੀ ਗੱਲ ਕਰ ਰਹੇ ਨੇ। in February 2022 ਦੇ ਵਿੱਚ arrival of latest 3 aircraft, how many Rafale fighter aircraft has been received by India till date? France ਤੋਂ ਅਸੀਂ ਕਿੰਨੇ ਰਫਾਲ ਲਏ ਨੇ ਹਜੇ ਤੱਕ 35 total number of ਲਏ ਨੇ ਸਾਡੇ aircraft। The Indian Navy received the 12th and final anti-submarine warfare aircraft P-81 from which country recently? ਸੋ ਇਹ ਇੰਡੀਅਨ ਨੇਵੀ ਨੇ ਕਿੱਥੋਂ ਲਏ ਹੈਗੇ, ਬੋਇੰਗ ਤੋਂ ਇਹ ਲਏ ਹੈਗੇ ਆ। which country which book has authored the great tech game shaping geopolitics and destines of nations? ਸੋ ਇਹ ਬੁੱਕ ਕਿਹਨੇ ਲਿਖੀ ਹੈਗੀ ਹੈ, ਅਨੁਰਾਧ ਸੂਰੀ ਨੇ ਬੁੱਕ ਲਿਖੀ ਹੈਗੀ ਹੈ। ਸੋ ਬਾਈਨਰ ਐਕਸਰਸਾਈਜ਼ ਹੈਗੀ ਹੈ ਮਲਟੀਨੈਸ਼ਨਲ ਨੇਵਲ ਐਕਸਰਸਾਈਜ਼, ਜਿਹਦਾ ਨਾਮ ਹੈਗਾ ਮਿਲਾਨ 2022। ਸੋ ਇਹ ਕਿੱਥੇ ਕੀਤੀ ਗਈ ਹੈ ਕੰਡਕਟ, ਵਿਸ਼ਾਖਾਪਟਨਮ ਦੇ ਵਿੱਚ ਕੰਡਕਟ ਕੀਤੀ ਗਈ ਹੈਗੀ ਹੈ। ਸੋ ਐਕਸਰਸਾਈਜ਼ ਦਾ ਨਾਮ ਹੈ ਐਕਸ ਧਰਮ ਗੋਰਡੀਆਨ 2022, ਬਸ ਕੰਡਕਟ ਇੰਡੀਆ ਤੇ ਜਾਪਾਨ ਦੇ ਵਿੱਚ ਕੰਡਕਟ ਕੀਤੀ ਗਈ ਹੈ। ਸੋ ਕਿੱਥੇ ਕੀਤੀ ਗਈ ਹੈ, ਇਹ ਬੈਲਗਮ ਕਰਨਾਟਕ ਵਿੱਚ ਕੀਤੀ ਗਈ ਹੈ। 3rd ਨੰਬਰ ਦੀ ਐਡੀਸ਼ਨ ਦੀ ਐਕਸਰਸਾਈਜ਼ ਸੀ। ਸੋ ਹੋਪ ਸੋ ਤੁਹਾਨੂੰ ਅੱਜ ਦਾ ਸੈਸ਼ਨ ਮੇਰਾ ਪਸੰਦ ਆਇਆ ਹੋਏਗਾ। ਚੈਨਲ ਸਬਸਕ੍ਰਾਈਬ ਜ਼ਰੂਰ ਕਰੇਗਾ। ਥੈਂਕ ਯੂ ਸੋ ਮਚ।